अवर मुए क्या शोग करिजै। कऊ कीजै जो आपन कीजै। मैं ना मरो मरबो संसारा। अब मोहे मिल्यो है जियावन हार। रहाओ या देहि परमल महकंदा। का सुख बिसरे परमानंदा। ऊटा एक पंच पनिहारी। ऊटी लाज भरै मत हारी। कहो कबीर एक बुध विचारी। ना हो ऊटा ना पनिहारी। कहो कबीर एक बुध विचारी। ना ओह कूटा ना पनिहारी। वाहिगुरु जी का खालसा वाहिगुरु जी की फतेह। सो परम सन्मानयोग जुगो जुग अटल चवर छतर ਅਤੇ ਤਖਤ ਦੇ ਮਾਲਕ ਬਾਣੀ ਦੇ ਬੋਹੇ ਸਰਬ ਸਾਂਝੀ ਵਾਲਤਾ ਦੇ ਪ੍ਰਤੀਕ ਸ਼ਬਦ ਗੁਰੂ ਦਸਾਂ ਹੀ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਬਹੁਤ ਹੀ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ। ਵਡਭਾਗੇ ਹੋ ਜੋ ਅੰਮ੍ਰਿਤ ਵੇਲੇ ਦੀ ਸਾਂਭ ਸੰਭਾਲ ਕਰਦਿਆਂ ਹੋਇਆਂ ਨੀਂਦਰ ਆਲਸ ਆਦਿ ਦਾ ਤਰਕ ਤਿਆਗ ਕਰਕੇ ਉਦਮੀ ਬਣਦਿਆਂ ਹੋਇਆਂ ਗੁਰੂ ਦਰਬਾਰ ਵਿੱਚ ਪਹੁੰਚ ਕੇ ਆਪ ਜੀ ਨੇ ਗੁਰੂ ਸਵਾਰਿਆਂ ਤੋਂ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕੀਤੇ ਹਨ। ਜਿਸ ਪ੍ਰਕਾਰ ਆਪ ਸਾਰੀਆਂ ਸੰਗਤਾਂ ਨੂੰ ਪਤਾ ਹੈ ਕਿ ਅੱਜ ਦਾ ਦਿਨ ਨਾ ਸਿਰਫ ਸਿੱਖਾਂ ਵਾਸਤੇ ਬਲਕਿ ਸਮੁੱਚੇ ਜਗਤ ਵਾਸਤੇ ਬੜਾ ਮਹਾਨ ਦਿਨ ਹੈ, ਕਿਉਂਕਿ ਅੱਜ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਪਹਿਲਾ ਪ੍ਰਕਾਸ਼ ਦਿਹਾੜਾ ਹੈ। ਸੋ ਸਭ ਤੋਂ ਪਹਿਲਾਂ ਸਰਵਪ੍ਰਥਮ ਦਾਸ ਵੱਲੋਂ ਆਪ ਸਾਰੀਆਂ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਇਸ ਪਹਿਲੇ ਪ੍ਰਕਾਸ਼ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ ਹੋਣ। ਅੱਜ ਸਾਰਾ ਦਿਨ ਹੁਣ ਤੋਂ ਲੈ ਕੇ ਲਗਾਤਾਰ 2-2:30 ਵਜੇ ਤੱਕ ਵਿਸ਼ੇਸ਼ ਗੁਰਮਤਿ ਸਮਾਗਮ ਲੀਕੇ ਗਏ ਨੇ, ਜਿਨ੍ਹਾਂ ਵਿੱਚ ਬੜੇ ਉੱਚ ਕੋਟੀ ਦੇ ਰਾਗੀ ਜਥੇ ਆਪ ਸੰਗਤਾਂ ਨੂੰ ਗੁਰਬਾਣੀ ਦੇ ਮਨੋਰ ਕੀਰਤਨ ਰਾਹੀਂ ਨਿਹਾਲ ਕਰਨਗੇ। ਆਪ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਸਮਾਗਮਾਂ ਵਿੱਚ ਸ਼ਮੂਲੀਅਤ ਕਰਕੇ ਰੌਣਕ ਵਧਾਣੀ ਔਰ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ, ਕਿਉਂਕਿ ਇਹ ਸਾਡੇ ਵਾਸਤੇ ਬੜੇ ਮਾਣ ਦੀ ਗੱਲ ਹੈ। ਸਾਧ ਸੰਗਤ ਭਾਵੇਂ ਸਾਰੇ ਹੀ ਧਰਮ ਸਤਿਕਾਰਯੋਗ ਨੇ, ਸਾਡੇ ਵਾਸਤੇ ਮਾਣ ਦੀ ਗੱਲ ਇਹ ਹੈ
ਕਿ ਵਾਹਿਦ ਇੱਕੋ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਇੱਕ ਇਸ ਤਰ੍ਹਾਂ ਦੇ ਪਾਵਨ ਗ੍ਰੰਥ ਹਨ ਜੋ ਗੁਰਤਾ ਗੱਦੀ ਤੇ ਆਸੀਨ ਹਨ। ਗੀਤਾ ਸਤਿਕਾਰਯੋਗ ਹੈ, ਰਾਮਾਇਣ, ਬਾਈਬਲ, ਪੁਰਾਣ, ਤੌਰੇਤ, ਬੋਧੀਆਂ ਦਾ ਤ੍ਰਿਪਿਟਕ ਗ੍ਰੰਥ ਸਭ ਸਤਿਕਾਰਯੋਗ ਨੇ। ਅਲਮਾਰੀਆਂ 'ਚ ਪਏ ਹੋਣਗੇ, ਕੋਈ ਕਿਸੇ ਪ੍ਰਛਤੀ ਤੇ ਪਿਆ ਹੈ, ਕੋਈ ਕਿਸੇ ਅਲਮਾਰੀ ਤੇ ਪਿਆ ਹੈ, ਕਿਉਂਕਿ ਉਹ ਗ੍ਰੰਥ ਗੁਰਤਾ ਗੱਦੀ ਤੇ ਅਸੀਨ ਨਹੀਂ ਨੇ। ਵਾਹਿਦ ਇੱਕ ਇਸ ਤਰ੍ਹਾਂ ਦਾ ਮਜ਼ਹਬ, ਇਸ ਤਰ੍ਹਾਂ ਦਾ ਧਰਮ ਰੂਹੇ ਜ਼ਮੀਨ ਤੇ ਇੱਕ ਹੈ ਸਿੱਖ ਮਤ, ਜਿਹਦੇ ਵਿੱਚ ਕਿਸੇ ਵਿਅਕਤੀ ਨੂੰ ਗੁਰਤਾ ਗੱਦੀ ਤੇ ਬਿਰਾਜਮਾਨ ਨਹੀਂ ਕੀਤਾ ਗਿਆ, ਬਲਕਿ ਸ਼ਬਦ ਨੂੰ ਗੁਰਤਾ ਗੱਦੀ ਤੇ ਬਿਰਾਜਮਾਨ ਕੀਤਾ। ਮੈਂ ਸੁਰਤ ਤੁਹਾਡੀ ਸ਼ਬਦ ਵੱਲ ਦਿਆਂ, ਉਸ ਤੋਂ ਪਹਿਲਾਂ ਮੈਂ ਇੱਕ ਛੋਟੀ ਜਿਹੀ ਬੇਨਤੀ ਸ਼ਬਦ ਬਨਾਮ ਸਰੀਰ ਦੇ ਸੰਬੰਧ 'ਚ ਕਰਦੇ ਹਾਂ। ਪ੍ਰੋਪਰ ਜਿਹੜੀਆਂ ਵਿਚਾਰਾਂ ਨੇ, ਮੇਰਾ ਟਾਈਮ ਜਿਹੜਾ ਨਿਸ਼ਚਿਤ ਹੋਇਆ ਉਹ ਹੋਇਆ 1 ਤੋਂ 2 ਵਜੇ ਤੱਕ। ਚੱਲਦੇ ਸਮਾਗਮ 'ਚ ਕਈ ਵਾਰ 5-10 ਮਿੰਟ ਇੱਧਰ ਉੱਧਰ ਹੋ ਜਾਂਦਾ ਹੈ, ਤੋਂ ਲਗਭਗ 1 ਵਜੇ ਤੋਂ 2 ਵਜੇ ਤੱਕ ਇਤਿਹਾਸਕ ਵਿਚਾਰਾਂ ਆਪ ਜੀ ਨਾਲ ਸਾਂਝੀਆਂ ਕਰੇ। ਪਰ ਸ਼ਬਦ ਦੀ ਬਰਕਤ ਦੇ ਸੰਬੰਧ ਵਿੱਚ ਇੱਕ ਛੋਟੀ ਜਿਹੀ ਬੇਨਤੀ ਸ਼ਬਦ ਵਿਚਾਰ ਤੋਂ ਪਹਿਲਾਂ ਆਗਿਆ ਲੈ ਕੇ ਕਰਦੇ ਹਾਂ, ਕਿਉਂਕਿ ਅੱਜ ਦਾ ਦਿਹਾੜਾ ਸ਼ਬਦ ਗੁਰੂ ਦਾ ਦਿਹਾੜਾ। ਸਰੀਰ ਤੇ ਬੜੇ ਗੁਰੂ ਵੇਖੇ ਹੋਣਗੇ, ਪਰ ਸ਼ਬਦ ਗੁਰੂ ਦੀ ਜਦੋਂ ਗੱਲ ਆਉਂਦੀ ਹੈ, ਕੋਈ ਸ਼ਬਦ ਨੂੰ ਗੁਰੂ ਕਹੇ, ਤੇ ਉਹ ਵਿਲੱਖਣ ਗੱਲ ਸਿੱਖ ਮਤ ਵਿੱਚ ਹੈ। ਉਹ ਕਹਿੰਦੇ ਵੀ ਸ਼ਬਦ ਬਨਾਮ ਸਰੀਰ, ਸਰੀਰ ਸ਼ਬਦ ਦਾ ਮੁਕਾਬਲਾ ਨਹੀਂ ਕਰ ਸਕਦਾ। ਕਹਿਣ ਲੱਗੇ ਕਿਵੇਂ? ਆਖਣ ਲੱਗੇ ਪਹਿਲੀ ਗੱਲ ਤੇ ਹੈ ਵੀ ਸਰੀਰ ਸਦੀਵੀ ਨਹੀਂ, ਸਰੀਰ ਬਣਦੇ ਰਹਿੰਦੇ ਨੇ, ਬਿਰਸਦੇ ਰਹਿੰਦੇ। ਸ਼ਬਦ ਬਿਰਸਦੇ ਨਹੀਂ, ਸ਼ਬਦ ਬੁੱਢੇ ਨਹੀਂ ਹੁੰਦੇ, ਸ਼ਬਦ ਪੁਰਾਣੇ ਨਹੀਂ ਹੁੰਦੇ, ਸ਼ਬਦ ਰਹਿੰਦੀ ਦੁਨੀਆ ਤੱਕ ਰਹਿੰਦੇ। ਇਹੀ ਕਾਰਨ ਹੈ ਨਾ ਵੀ ਗੁਰਬਾਣੀ ਵਿੱਚ ਮਹਾਰਾਜ ਨੇ ਲਿਖਣ ਨੂੰ ਤੇ ਜ਼ਬਾਨੀ ਬੋਲਣ ਨੂੰ ਜਦੋਂ ਤੁਲਨਾ ਕੀਤੀ, ਤੇ ਜ਼ਬਾਨੀ ਬੋਲਣ ਨਾਲੋਂ ਲਿਖਣ ਨੂੰ ਜ਼ਿਆਦਾ ਮਹਾਨ ਕਹਿ ਦਿੱਤਾ। ਤੁਸੀਂ ਕਹੋਗੇ ਕਿੱਥੇ ਲਿਖਿਆ? ਤਾਂ ਸੁਣੋ ਪੰਕਤੀ। ਹਜ਼ੂਰ ਕਹਿੰਦੇ ਨੇ ਲਿਖੇ ਬਾਝੋਂ ਸੁਰਤ ਨਾਹੀ, ਬੋਲ ਬੋਲ ਗਵਾਈਏ। ਸੁਭਾ ਹੋਵੇ ਤੇ ਉਦੋਂ ਹੀ ਆਈ ਗ੍ਰੰਥ ਚੋਂ ਕੱਢ ਕੇ ਵੇਖ ਲਿਆ ਕਿ ਲਿਖਿਆ ਵੀ ਹੈ ਤੇ ਭਾਈ ਉਹ ਵੀ ਕਹੀ ਜਾਂਦਾ। ਲਿਖੇ ਬਾਝੋਂ ਸੁਰਤ ਨਾਹੀ, ਬੋਲਿਆ ਹੋਇਆ ਵਿਸਰ ਜਾਂਦਾ, ਬੋਲਿਆ ਹੋਇਆ ਭੁੱਲ ਜਾਂਦਾ, ਲਿਖਿਆ ਹੋਇਆ ਭੁੱਲਦਾ ਨਹੀਂ। ਔਰ ਲਿਖਣ ਵਿੱਚ ਇੱਕ ਹੋਰ ਕਾਬਲੀਅਤ ਹੈ, ਬੋਲਣ ਲੱਗਿਆ ਜਿਹੜਾ ਲਫ਼ਜ਼ ਮੂੰਹ ਚੋਂ ਨਿਕਲ ਜਾਏ ਉਹ ਵਾਪਸ ਨਹੀਂ। ਪਰ ਜੇ ਤੁਸੀਂ ਕੋਈ ਆਰਟੀਕਲ ਲਿਖ ਰਹੇ ਹੋ, ਕੋਈ ਪੋਇਮ ਲਿਖ ਰਹੇ ਹੋ, ਕੋਈ ਕਵਿਤਾ ਲਿਖ ਰਹੇ ਹੋ, ਸਾਧ ਸੰਗਤ ਸੁਰਤ ਤੇ ਜ਼ੋਰ ਦਿਆ ਜੇ, ਕਿਉਂਕਿ ਸਾਰੀ ਗੇਮ ਹੀ ਸੁਰਤ ਦੀ ਹੈ। ਤੇ ਅਸੀਂ ਆਰਟੀਕਲ ਲਿਖ ਰਹੇ ਹਾਂ ਤੇ ਫਿਰ ਅਸੀਂ ਸਦਾਈ ਵਾਸਤੇ ਵੀ ਕਿਸੇ ਕੋਲ ਭੇਜਦੇ ਨੇ। ਅਸੀਂ ਆਪ ਵੀ ਦੁਬਾਰਾ ਵੇਖ, ਜੇ ਕੋਈ ਸਪੈਲਿੰਗ ਗਲਤ ਹੋ ਗਈ ਹੈ ਉਹਨੂੰ ਠੀਕ ਕਰ ਸਕਦੇ ਹਾਂ। ਪਰ ਜਦੋਂ ਅਸੀਂ ਜ਼ੁਬਾਨੀ ਬੋਲਦੇ ਹਾਂ ਉਦੋਂ ਅਕਸਰ ਮਿਸਟੇਕ ਹੁੰਦੀ ਹੈ ਤੇ ਉਹ ਠੀਕ ਨਹੀਂ ਹੁੰਦੀ। ਕਈ ਵਾਰ ਮੈਂ ਵੇਖਿਆ ਹੈ ਵੀ ਕੁਝ ਰਾਜਨੀਤਿਕ ਆਗੂ ਥੋੜਾ ਜਿਹਾ ਗਲਤ ਬੋਲ ਜਾਏ, ਕੋਈ ਧਾਰਮਿਕ ਬੰਦਾ ਬੋਲ ਜਾਏ, ਕੋਈ ਸਮਾਜਿਕ ਬੰਦਾ, ਕਈ ਵਾਰ ਬੜਾ ਵੱਡਾ ਇਸ਼ੂ ਬਣ ਜਾਂਦਾ। ਹੁਣ ਉਹ ਲਫ਼ਜ਼ ਦੇ ਮੂੰਹ ਚੋਂ ਨਿਕਲ ਗਿਆ, ਵਾਪਸ ਮੂੰਹ 'ਚ ਆ ਨਹੀਂ ਸਕਦਾ। ਲਿਖਣ ਦੇ ਸੰਬੰਧ ਵਿੱਚ ਸਦਾਈ ਵੀ ਹੋ ਜਾਂਦੀ। ਉਹ ਸ਼ਬਦ ਦਾ ਮੁਕਾਬਲਾ ਸਰੀਰ ਨਹੀਂ ਕਰ, ਸਰੀਰ ਦੀ ਆਪਣੀ ਇੰਪੋਰਟੈਂਸ ਹੈ, ਪਰ ਸ਼ਬਦ ਦਾ ਮੁਕਾਬਲਾ ਸਰੀਰ ਨਹੀਂ ਕਰ ਸਕਦਾ। ਕਿਵੇਂ ਨਹੀਂ ਕਰ ਸਕਦਾ? ਲਓ ਜਰਾ ਸੁਰ ਤੇ ਜੋਰ ਦਿਆ। ਹੁਣ ਇੱਕ ਕੋਈ ਓਪੜ ਬੰਦਾ ਕਿਸੇ ਇਲਾਕੇ ਦੇ ਵਿੱਚ ਆਪਣੀ ਮੋਟਰ ਦੇ ਉੱਤੇ ਜਾ ਰਿਹਾ ਹੈ, ਬੜੀ ਦੂਰ ਦੂਰ ਤੱਕ ਕੋਈ ਕਸਬਾ, ਕੋਈ ਨਗਰ, ਕੋਈ ਸ਼ਹਿਰ ਨਹੀਂ, ਤੇ ਉਹ ਵਿਅਕਤੀ ਜਿਹੜਾ ਹੈ ਉਹ ਹੁਣ ਕਨਫਿਊਜ਼ ਹੋ ਗਿਆ ਹੈ ਵੀ ਇੱਥੇ ਜਿਹੜਾ ਚਰਸਤਾ ਆਇਆ ਹੈ, ਇੱਥੋਂ ਮੈਂ ਸੱਜੇ ਜਾਣਾ ਹੈ, ਖੱਬੇ ਜਾਣਾ ਹੈ ਜਾਂ ਸਿੱਧੇ ਜਾਣਾ। ਤੇ ਹੁਣ ਇਸ ਤਰ੍ਹਾਂ ਦੇ ਸਿਚੁਏਸ਼ਨ ਵਿੱਚ ਉਹਦਾ ਮਾਰਗਦਰਸ਼ਨ ਕੌਣ ਕਰੇਗਾ ਜੀ? ਉਹ ਸਾਈਨ ਬੋਰਡ ਲੱਭੇਗਾ, ਸਾਈਨ ਬੋਰਡ ਲੱਭੇਗਾ, ਉਹ ਮੀਲ ਪੱਥਰ ਲੱਭੇਗਾ। ਰਾਤ ਦਾ ਸਮਾਂ ਹੈ, ਬੀਆਬਾਨ ਜੰਗਲ ਹੈ, ਦੂਰ ਦੂਰ ਤੱਕ ਨਾ ਬੰਦਾ ਨਾ ਬੰਦੇ ਦੀ ਜਾਤ ਹੈ। ਕੌਣ ਉਹਦੀ ਮਦਦ ਕਰੇਗਾ ਪਿਆਰੇ? ਉਹਦੀ ਮਦਦ ਸਾਈਨ ਬੋਰਡ ਕਰੇਗਾ, ਉਹਦੀ ਮਦਦ ਮੀਲ ਪੱਥਰ ਕਰੇਗਾ, ਔਰ ਐਸੀ ਮਦਦ ਕਰੇਗਾ ਵੀ ਉਹ ਉਹਨੂੰ ਮੰਜ਼ਿਲ ਤੇ ਲੈ ਜਾਏ। ਇਹ ਐਗਜ਼ਾਮਪਲ ਹੈ। ਉਂਝ ਤੇ ਹੁਣ ਅੱਜ ਕੱਲ ਤੁਹਾਡੇ ਕੋਲ ਗਲੋਬਲ ਪੋਜੀਸ਼ਨਿੰਗ ਸਿਸਟਮ ਉਹ ਡਾਊਨਲੋਡ ਹੋ ਜਾਂਦਾ ਹੈ, ਉਹਦੇ ਚ ਲੈਂਗੁਏਜ ਵੀ ਚੂਜ਼ ਤੁਸੀਂ ਕਰ ਸਕਦੇ ਹੋ, ਤੁਹਾਨੂੰ ਮੰਜ਼ਿਲ ਤੇ ਹੈ। ਤੇ ਉਹ ਵੀ ਸ਼ਬਦ ਨਾ, ਉਹ ਵੀ ਸ਼ਬਦ ਹੀ,
ਸ਼ਬਦ ਸਾਡਾ ਮਾਰਗਦਰਸ਼ਨ ਕਰਦਾ। ਮੈਂ ਵਿਦੇਸ਼ਾਂ ਵਿੱਚ ਵੇਖਿਆ ਕਈ ਬੱਚੇ ਕੋਰੀਅਰ ਦਾ ਕੰਮ ਕਰਦੇ, ਨਵੇਂ ਬੱਚੇ ਜਿਹੜੇ ਜਾਂਦੇ ਨੇ, ਸਟੂਡੈਂਟ ਨੇ, ਵਿੱਚੋਂ ਟਾਈਮ ਕੱਢ ਕੇ ਕੰਮ ਕਰਦੇ ਨੇ, ਉਹਨਾਂ ਨੂੰ ਭੇਤ ਨਹੀਂ ਹੁੰਦਾ ਨਗਰ ਦਾ। ਫਿਰ ਸਿਆਣੇ ਕਹਿੰਦੇ ਨੇ ਸੇਲ ਦੇ ਉੱਤੇ GPS ਲੱਗਾ ਹੀ ਮਾਲ ਦੇ ਵਿੱਚ, ਮੈਂ ਅੱਜ ਹੀ ਦੇਖ ਕੇ ਆਇਆ, ਜਾ ਕੇ ਲੈ ਆ, ਅੱਗੇ ਉਹਨੂੰ ਰੱਖ ਲੈ, ਉੱਥੇ ਜਿੱਥੇ ਵੀ ਕੋਰੀਅਰ ਪਹੁੰਚਾਣਾ ਉਹਨੂੰ ਫੀਡ ਕਰ ਦੇ, ਉਹ ਤੈਨੂੰ ਮੰਜ਼ਿਲ ਤੇ ਪਹੁੰਚਾ ਦੇਗਾ, ਉਹਨੂੰ ਪਹੁੰਚਾ ਕੇ ਦੂਜਾ ਫੀਡ ਕਰ ਲਈ, ਦੂਜੇ ਨੂੰ ਪਹੁੰਚਾ ਕੇ ਤੀਜਾ ਕਰ ਲਈ, ਬਿਲਕੁਲ ਦਰਵਾਜ਼ੇ ਦੇ ਅੱਗੇ ਜਾ ਕੇ ਕਹੇਗਾ ਵੀ ਇਹ ਤੇਰੀ ਮੰਜ਼ਿਲ। ਹੁਣ ਇਹ ਕੀ ਹੈ ਸਾਧ ਸੰਗਤ? ਇਹ ਸ਼ਬਦ ਹੈ ਨਾ, ਸ਼ਬਦ ਹੀ ਮੰਜ਼ਿਲ ਤੇ ਪਹੁੰਚਾਉਂਦੇ। ਮਨੁੱਖ ਜਿਹੜਾ ਹੈ ਇਹ ਤੇ ਮੰਜ਼ਿਲ ਤੇ ਪਹੁੰਚਾਉਂਦਾ ਕੋਈ ਨਹੀਂ, ਇਹਨੂੰ ਮਾਰਗਦਰਸ਼ਨ ਵੀ ਕਰਨਾ ਨਹੀਂ ਆਉਂਦਾ, ਤੇ ਜੇ ਆ ਜਾਏ ਨਾ ਕਰਨਾ ਤੇ ਫਿਰ ਉਹਦੇ ਬਦਲੇ ਵਿੱਚ ਬਹੁਤ ਕੁਝ ਭਾਲਦਾ। ਇੱਕ ਮੀਲ ਪੱਥਰ ਨੂੰ ਤੇ ਉਹਦੇ ਮੁਕਾਬਲੇ ਤੇ ਇਨਸਾਨ ਨੂੰ ਖੜਾ ਕਰਕੇ ਕਵੀ ਪਤਾ ਕੀ ਕਹਿੰਦਾ? ਮੀਲ ਪੱਥਰ ਵੱਲ ਉਂਗਲ ਕਰਕੇ ਕਹਿੰਦਾ ਇਹ ਨਿਰਜਿੰਦ ਬੇਜਾਨ ਹੈ। ਕੌਣ? ਮੀਲ ਪੱਥਰ। ਮੀਲ ਪੱਥਰ ਵਿੱਚ ਕੋਈ ਜਾਨ ਨਹੀਂ, ਪਰ ਉਹ ਕਹਿੰਦਾ ਇਹ ਨਿਰਜਿੰਦ ਅਬੋਲ ਬੇਦੀਦਾ, ਇਹ ਬੋਲ ਨਹੀਂ ਸਕਦਾ, ਇਹ ਵੇਖ ਵੀ ਨਹੀਂ ਸਕਦਾ, ਕਿਉਂਕਿ ਬੇਦੀਦਾ ਹੈ, ਇਹਨੂੰ ਅੱਖਾਂ ਕੋ ਨਹੀਂ ਗਈਆਂ। ਇਹ ਨਿਰਜਿੰਦ ਅਬੋਲ ਬੇਦੀਦਾ, ਨਾ ਕੁਝ ਮੰਗੇ ਨਾ ਖਾਏ। ਇਹ ਸਾਡਾ ਮਾਰਗਦਰਸ਼ਨ ਤੇ ਕਰਦਾ ਸਾਧ ਸੰਗਤ ਜੀ, ਪਰ ਇਹ ਨਹੀਂ ਕਹਿੰਦਾ ਵੀ ਮੈਂ ਤੇ ਤੁਹਾਨੂੰ ਕਥਾ ਸੁਣਾਣਾ ਵਾ, ਕੀਰਤਨ ਸੁਣਾਣਾ ਵਾ, ਭਾਈ ਤੁਸੀਂ ਦੱਸੋ ਕੀ ਦਿਓਗੇ। ਮੀਲ ਪੱਥਰ ਇਹ ਨਹੀਂ ਕਹਿੰਦਾ, ਪਰ ਮਾਰਗਦਰਸ਼ਨ ਕਰਦਾ। ਸਾਈਨ ਬੋਰਡ ਇਹ ਨਹੀਂ ਕਹਿੰਦਾ, ਪਰ ਮਾਰਗਦਰਸ਼ਨ ਕਰਦਾ। ਬੰਦੇ ਨੂੰ ਤੇ ਢੰਗ ਨਾਲ ਮਾਰਗਦਰਸ਼ਨ ਵੀ ਨਹੀਂ ਕਰਨਾ ਆਉਂਦਾ ਤੇ ਹੰਕਾਰ ਵਿੱਚ ਭੁੱਲਿਆ ਨਹੀਂ ਸਮਝਦਾ। ਕੀ ਮੁਕਾਬਲਾ ਕਰੋਗੇ ਮੀਲ ਪੱਥਰ ਦਾ, ਸਾਈਨ ਬੋਰਡ ਦਾ? ਤੁਸੀਂ ਅੱਖਰਾਂ ਦਾ ਮੁਕਾਬਲਾ ਕਿਵੇਂ ਕਰ ਲਓਗੇ? ਨਹੀਂ ਕਰ ਸਕਦੇ। ਇਹ ਨਿਰਜਿੰਦ ਅਬੋਲ ਬੇਦੀਦਾ, ਨਾ ਕੁਝ ਮੰਗੇ ਨਾ ਖਾਏ, ਪਰ ਦੀਦਿਆਂ ਵਾਲਿਆਂ ਨੂੰ ਰਾਹ ਦੱਸੇ, ਹਰ ਪਾਂਦੀ ਦਾ ਰਾਹ ਰੁਸ਼ਨਾਏ। ਪਰ ਜੋ ਖਾਵੇ ਘੂਰੇ ਘੁਰਸੇ ਘੁਰਕੇ, ਹਰ ਦਮ ਹਰ ਪਲ ਸ਼ੋਭਾ ਭੁੱਖਾ। ਖਾਂਦਾ ਵੀ ਏ, ਘੂਰਦਾ ਵੀ ਏ, ਘੁਰਸਦਾ ਵੀ ਏ, ਤੇ ਕਹਿੰਦਾ ਮੇਰੀ ਸ਼ੋਭਾ ਵੀ ਕਰੋ, ਮੇਰੀ ਵਡਿਆਈ ਕਰੋ, ਤੂੰ ਬਹੁਤ ਵਧੀਆ ਬੋਲਦਾ, ਮੇਰੀ ਵਡਿਆਈ ਕਰੋ, ਤੂੰ ਪਾਠ ਬਹੁਤ ਸੋਹਣਾ ਕਰਨਾ, ਕੀਰਤਨ ਬਹੁਤ ਸੋਹਣਾ ਕਰਨਾ, ਤੂੰ ਕਥਾ ਬੜੀ ਸੋਹਣੀ ਕਰਨਾ। ਇਹ ਵੀ ਭਾਵਨਾ, ਇਹਦੇ ਕੰਨ ਦੱਸਦੇ ਨੇ ਵੀ ਮੇਰੇ ਕੰਨਾਂ 'ਚ ਕੋਈ ਇਸ ਤਰ੍ਹਾਂ ਦੀ ਆਵਾਜ਼ ਪਵੇ, ਪਰ ਉਹ ਮੀਲ ਪੱਥਰ ਨੂੰ ਕਹਿੰਦਾ ਇਹ ਨਿਰਜਿੰਦ ਅਬੋਲ ਬੇਦੀਦਾ, ਨਾ ਕੁਝ ਮੰਗੇ ਨਾ ਖਾਏ, ਔਰ ਦੀਦਿਆਂ ਵਾਲਿਆਂ ਨੂੰ ਰਾਹ ਦੱਸੇ, ਹਰ ਪਾਂਦੀ ਦਾ ਰਾਹ ਰੁਸ਼ਨਾਏ। ਪਰ ਜੋ ਖਾਵੇ ਘੂਰੇ ਘੁਰਸੇ ਘੁਰਕੇ, ਹਰਦਮ ਹਰ ਪਲ ਸ਼ੋਭਾ ਭੁੱਖਾ। ਫਿਰ ਅੱਗੋਂ ਇੱਕ ਮਿੱਠੀ ਝਿੜਕ ਮਾਰਦਾ, ਕਹਿੰਦਾ ਤ੍ਰਿਗ ਉਹ ਜੀਵਨ ਹਾਰ ਪ੍ਰਾਣੀ, ਪੁੱਠੇ ਰਾਹ ਪਾ ਸੱਥ ਲੁਟਾਏ। ਫਿਰ ਜਦੋਂ ਸਿੱਖੀ ਸੇਵਕੀ ਵੱਧ ਜਾਏ ਨਾ, ਉਦੋਂ ਫਿਰ ਅਸੀਂ ਪੁੱਠੇ ਰਾਹ ਵੀ ਪਾਣਾ ਸ਼ੁਰੂ ਕਰ ਦਿੰਦੇ, ਮੰਤਕੀਰੀ ਵੀ ਸ਼ੁਰੂ ਹੋ ਜਾਂਦੀ। ਫਿਰ ਆਪਣਾ ਸਵਾਰਥ ਉਹਨਾਂ ਕੋਲੋਂ ਸਿੱਧ ਕਰਾਇਆ ਜਾਂਦਾ। ਗੁਰੂ ਨਾਲ ਜੋੜਨ ਦੀ, ਸੰਗਤ ਦਾ ਜੀਵਨ ਸਫਲ ਕਰਨ ਵਾਲੀ ਜਿਹੜੀ ਭਾਵਨਾ ਹੈ ਉਹ ਖਤਮ ਹੋ ਜਾਂਦੀ। ਮੈਂ ਪ੍ਰਧਾਨ ਸਾਹਿਬ ਨੂੰ ਕੁਝ ਦਿਨ ਪਹਿਲਾਂ ਗੱਲ ਸੁਣਾਈ, ਮਿਸ਼ਨਰੀ ਕਾਲਜ ਬੈਠੇ ਸਾਂ, ਮੇਰਾ ਕੋਰਸ ਪੂਰਾ ਹੋ ਗਿਆ ਸੀ, ਫੀਲਡ ਮੇਰਾ ਚੰਡੀਗੜ੍ਹ ਹੋ ਗਿਆ, ਮੈਨੂੰ ਵਾਪਸ ਉਹਨਾਂ ਨੇ ਟੀਚਰ ਦੇ ਤੌਰ ਤੇ ਬੁਲਾ ਲਿਆ। ਅਚਾਨਕ ਇੱਕ ਦਿਨ ਫੋਨ ਗਿਆ ਵੀ ਟਰਸਟ ਨੇ ਮੀਟਿੰਗ ਕੀਤੀ ਹੈ ਔਰ ਤੁਹਾਨੂੰ ਇੱਥੇ ਗੁਰਬਾਣੀ ਟੀਚਰ ਨਿਯੁਕਤ ਕਰ ਦਿੱਤਾ ਹੈ ਤੇ ਤੁਸੀਂ ਉੱਥੋਂ ਆ ਜਾਓ, ਤੁਹਾਡਾ ਲੀਵਰ ਭੇਜ ਰਹੇ। ਸੈਕਟਰ 19 ਚ ਮੈਂ ਕਥਾ ਕਰਦਾ ਸਾਂ। ਕਥਾ ਕਾਹਦੀ ਕਰਦਾ ਸਾਂ? ਅੱਲੜ ਪੁਣਾ ਸੀ, ਨਵਾਂ ਨਿਕਲ ਕੇ ਆਇਆ ਸਾਂ, ਤਿਆਰੀ ਹੈ ਸੀ ਕੋਈ ਨਾ, ਪਰ ਕਰਮ ਚੰਗੇ ਸਨ। ਪ੍ਰਿੰਸੀਪਲ ਹਰਭਜਨ ਸਿੰਘ, ਉਹਨਾਂ ਦੀ ਰਿਹਾਇਸ਼ ਨੇੜੇ ਸੀ। ਸਰਦਾਰ ਗੁਰਤੇਜ ਸਿੰਘ, ਪ੍ਰੋਫੈਸਰ ਆਫ ਸਿੱਖੀਜ਼ਮ, ਉਹ ਨਿਤ ਆਉਂਦੇ ਸਨ। ਸਰਦਾਰ ਨੌਰੰਗ ਸਿੰਘ, ਪਰ ਉਦੋਂ ਅਕਲ ਕੋਈ ਨਹੀਂ ਸੀ। ਉਹਨਾਂ ਨੇ ਕਥਾ ਵੀ ਸੁਣਨੀ ਤੇ ਬਾਅਦ ਵਿੱਚ ਸਮਝਾਉਣਾ ਵੀ, ਦੱਸਣਾ, ਉਲਟਾ ਗੁੱਸਾ ਕਰਨਾ ਵੀ ਮੇਰੇ ਨੁਕਸ ਕਰਦੇ। ਤੇ ਜਦੋਂ ਪਤਾ ਲੱਗਾ ਉਦੋਂ ਬੜੀ ਦੇਰ ਹੋ ਚੁੱਕੀ ਸੀ ਵੀ ਇਸ ਤਰ੍ਹਾਂ ਦੇ ਬੰਦਿਆਂ ਨੂੰ ਤੇ ਅਪਾਇੰਟਮੈਂਟ ਲੈ ਕੇ ਮਿਲਣਾ ਪੈਂਦਾ। ਉਹਨਾਂ ਨੇ ਮਾਰਗਦਰਸ਼ਨ ਕੀਤਾ, ਉਹਨਾਂ ਨੇ ਥੋੜਾ ਜਿਹਾ ਕੜਿਆ, ਵਾਪਸ ਆ ਗਏ। ਇੱਕ ਦਿਨ ਦੀ ਗੱਲ ਹੈ ਵੀ ਇੱਕ ਪ੍ਰਬੰਧਕ ਕਿਸੇ ਨਗਰ ਚੋਂ ਮਿਲਣ ਆਇਆ ਤੇ ਪ੍ਰਿੰਸੀਪਲ ਸਾਹਿਬ ਨਾਲ ਗੱਲਾਂ ਕਰ ਰਿਹਾ ਸੀ ਕਿ ਤੁਹਾਡਾ ਵਿਦਿਆਰਥੀ ਜਿਹੜਾ ਉੱਥੇ ਹੈ ਬਹੁਤ ਸੋਹਣੀ ਕਥਾ ਕਰਦਾ ਹੈ, ਸੰਗਤ ਨਾਲ ਉਹਨੇ ਬੜਾ ਪ੍ਰੇਮ ਪਿਆਰ। ਪ੍ਰਿੰਸੀਪਲ ਸਾਹਿਬ ਕਹਿਣ ਲੱਗੇ ਵੀ ਉਹਨੂੰ ਕਿੰਨਾ ਚਿਰ ਹੋ ਗਿਆ? ਆਖਣ ਲੱਗੇ ਜੀ 6-7 ਸਾਲ ਹੋ ਗਏ। ਪ੍ਰਿੰਸੀਪਲ ਸਾਹਿਬ ਕਹਿਣ ਲੱਗੇ ਵੀ ਉਹਨੂੰ ਹੁਣ ਤੁਸੀਂ ਕਾਲਜ ਭੇਜ ਦਿਓ, ਅਸੀਂ ਕਿਸੇ ਹੋਰ ਜਗ੍ਹਾ ਤੇ ਲਗਾਵਾਂਗੇ, ਤੁਹਾਨੂੰ ਅਸੀਂ ਹੋਰ ਸਿੰਘ ਦੇ ਦੇ। ਉਹ ਕਹਿਣ ਲੱਗਾ ਕਿ ਉਹ ਬੜਾ ਵਧੀਆ ਕੰਮ ਕਰ ਰਿਹਾ, ਉਹਨੂੰ ਸੰਗਤ ਲਾਈਕ ਕਰਦੀ ਹੈ। ਉਹ ਕਹਿਣ ਲੱਗੇ ਇਹੀ ਤੇ ਪ੍ਰੋਬਲਮ ਹੈ। ਇੱਕ ਵਾਰੀ ਆਜ ਸਤਨਾਮ ਸ੍ਰੀ, ਉਹ ਕਹਿਣ ਲੱਗੇ ਇਹੀ ਪ੍ਰੋਬਲਮ ਹੈ। ਉਹ ਕਹਿਣ ਲੱਗੇ ਜੀ ਇਹ ਕੀ ਪ੍ਰੋਬਲਮ ਹੈ? ਤੁਸੀਂ ਕੀ ਕਹਿੰਦੇ ਹੋ ਵੀ ਸੰਗਤ ਲਾਈਕ ਨਾ ਕਰੇ? ਉਹ ਕਹਿੰਦੇ ਨਹੀਂ, ਗੱਲ ਇਹ ਨਹੀਂ, ਅਸੀਂ ਇਹਨਾਂ ਨੂੰ ਪ੍ਰਚਾਰਕ ਬਣਾਇਆ, ਮੰਤ ਨਹੀਂ ਬਣਾਇਆ। ਜਦੋਂ ਪੀਰੀਅਡ ਲੰਬਾ ਹੋ ਜਾਏ ਨਾ,
ਉਦੋਂ ਇਹ ਬਹੁਤਾਤ ਵਾਰੀ, ਚਾਹੇ ਕੋਈ ਪ੍ਰਚਾਰਕ ਹੈ ਮੇਰੇ ਵਰਗਾ, ਚਾਹੇ ਕੋਈ ਡੇਰੇ ਦੇ ਵਿੱਚ ਡੇਰੇਦਾਰ ਬਣ ਕੇ ਬੈਠਾ ਹੈ, ਕੋਈ ਸੰਤ ਖਵਾਉਂਦਾ ਹੈ, ਕੁਝ ਖਵਾਉਂਦਾ, ਫਿਰ ਆਈਡੀਓਲੋਜੀ ਬਦਲ ਜਾਂਦੀ। ਫਿਰ ਗੁਰੂ ਨਾਲ ਮਨੁੱਖ ਘੱਟ ਜੋੜਦਾ, ਆਪਣੇ ਨਾਲ ਜ਼ਿਆਦਾ ਜੋੜਦਾ। ਉਹ ਕਹਿੰਦੇ ਤ੍ਰਿਗ ਉਹ ਜੀਵਨਹਾਰ ਪ੍ਰਾਣੀ, ਆਪਣੇ ਨਾਲ ਜੋੜਨਾ ਤੇ ਪੁੱਠੇ ਰਾਹ ਪਾਉਣ ਵਾਲੀ ਗੱਲ ਹੈ ਨਾ। ਪੁੱਠੇ ਰਾਹ ਪਾਸਾ ਉਹਨੇ ਸਾਰੀ ਸੱਤ ਨੂੰ, ਸਾਰੇ ਕਾਫਿਲੇ ਨੂੰ, ਸਾਰੀ ਕਮਿਊਨਿਟੀ ਨੂੰ ਪੁੱਠੇ ਰਾਹ ਦੇ ਜੋੜਨਾ ਸੀ ਗੁਰੂ ਨਾਲ, ਤੇ ਜੋੜਨ ਲੱਗ ਪਿਆ ਆਪਣੇ। ਸਰੀਰ ਦੀ ਮਹੱਤਤਾ ਹੈ ਨਵੀਂ ਸਮਝਣਾ, ਪਰ ਸਾਡੇ ਇੱਥੇ ਸ਼ਬਦ ਨੂੰ ਗੁਰੂ ਪ੍ਰਦਾਨ ਕਰਦੇ। ਕੋਈ ਵਿਅਕਤੀ ਕੁਛ ਵੀ ਹੋ ਸਕਦਾ, ਪਰ ਇੱਕ ਗੱਲ ਪੱਕੀ ਹੈ, ਉਹ ਗੁਰੂ ਨਹੀਂ ਹੋ ਸਕਦਾ। ਜੇ ਉਹ ਕਹੇ ਮੈਂ ਗੁਰੂ ਹਾਂ, ਤੇ ਫਿਰ ਉਹ ਝੂਠ ਬੋਲ ਰਿਹਾ, ਕਿਉਂਕਿ ਸਾਨੂੰ ਐਲਾਨੀਆ ਕਿਹਾ ਵੀ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਅੱਜ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਦਿਵਸ ਹੈ। ਇਸ ਸੰਬੰਧ ਵਿੱਚ ਮੈਂ ਤਾਂ ਕੁਝ ਵਿਚਾਰਾਂ ਕੀਤੀਆਂ, ਪ੍ਰੋਪਰ ਜਿਹੜੀਆਂ ਵਿਚਾਰਾਂ ਨੇ ਉਹ ਮੈਨੂੰ ਹੁਕਮ ਹੋਇਆ ਹੈ ਵੀ ਦੁਪਹਿਰ ਦੇ ਬਾਅਦ ਵਿੱਚ। ਅੱਜ ਅਸੀਂ ਲੜੀਵਾਰ ਜਿਹੜਾ ਸ਼ਬਦ ਹੈ ਉਹਦੇ ਵੱਲ ਆਪ ਜੀ ਦੀ ਸੁਰਤ ਦਵਾਵਾਂ। ਇਸ ਤੋਂ ਪਹਿਲਾਂ 10 ਬੇਨਤੀਆਂ ਕਰੇ। ਆਓ ਸੁਰਤ ਬਿਰਤ ਗੁਰੂ ਚਰਨਾਂ ਵਿੱਚ ਜੋੜੋ। ਇਹ ਮੇਰੀ ਸਨਿਮਰ ਬੇਨਤੀ, ਆਪ ਜੀ ਬੜੀ ਅਸੀਸ ਦਿੰਦੇ ਹੋ। ਕੁਝ ਕੁ ਦਿਨ ਹੀ ਹੋਏ ਨੇ ਮੈਨੂੰ ਆਏ ਨੇ, ਮੈਨੂੰ ਬੜਾ ਅੱਛਾ ਫੀਲ ਹੋ ਰਿਹਾ ਹੈ। ਉਹਦਾ ਕਾਰਨ ਹੈ, ਇੱਕ ਤੇ ਸਥਾਨ ਬੜਾ ਸੋਹਣਾ ਬਣ ਗਿਆ, ਆਲਿਓ ਦੁਆਲਿਓ ਏਅਰ ਟਾਈਟ ਹੋ ਗਿਆ, ਬਾਹਰਲਾ ਸ਼ੋਰ ਸ਼ਰਾਬਾ ਅੰਦਰ ਨਹੀਂ ਹੁੰਦਾ, ਲਿਹਾਜ਼ਾ ਬੜਾ ਪਿਨ ਡ੍ਰੌਪ ਸਾਇਲੈਂਟ ਵਾਲਾ ਵਾਤਾਵਰਨ। ਇੱਕ ਤੁਸੀਂ ਸਰੋਤੇ ਬੜੇ ਚੰਗੇ ਹੋ, ਬੜੀ ਇਕਾਗਰਤਾ, ਵਿੱਚ ਕੁਝ ਰੂਹਾਂ ਇਸ ਤਰ੍ਹਾਂ ਦੀਆਂ ਆ ਜਾਂਦੀਆਂ ਨੇ, ਉਹਨਾਂ ਦੇ ਵੀ ਬਸ ਦੀ ਗੱਲ ਨਹੀਂ। ਜਿਸ ਤਰ੍ਹਾਂ ਮੈਂ ਇੱਕ ਦਿਨ ਬੇਨਤੀ ਕੀਤੀ ਸੀ, ਮੈਂ ਦੁਹਰਾਈ ਵਾਸਤੇ ਮਾਫੀ ਮੰਗ ਲਾਂ। ਹੁਣ ਕੁਝ ਵੀਰ ਆਉਂਦੇ ਨੇ, ਉਹ ਆ ਕੇ ਤੇ ਚਾਦਰਾਂ ਠੀਕ ਕਰਨ ਲੱਗ ਪੈਣਗੇ, ਉਹ ਸਟੇਜ ਵਾਲੀ ਚਾਦਰ ਨੂੰ ਠੀਕ ਕਰਨਗੇ, ਇੱਧਰ ਕਰਨਗੇ। ਹੁਣ ਵੇਖਣ ਵਾਲੇ ਨੂੰ ਤੇ ਲੱਗੇਗਾ ਵੀ ਇਹ ਬੜਾ ਚੰਗਾ ਸੇਵਾਦਾਰ ਹੈ, ਪਰ ਮੇਰੀ ਆਈਡੀਓਲੋਜੀ ਪਤਾ ਕੀ ਹੈ? ਕਲਾਸ ਚੱਲਦੀ ਹੋਵੇ ਨਾ, 50 ਵਿਦਿਆਰਥੀ ਪੜ੍ਹ ਰਹੇ ਨੇ, ਅਧਿਆਪਕ ਲੈਕਚਰ ਕਰ ਰਿਹਾ, ਇੱਕ ਬੱਚਾ ਉੱਠ ਕੇ ਅਧਿਆਪਕ ਦਾ ਟੇਬਲ ਸਾਫ਼ ਕਰਨ ਲੱਗ ਪਿਆ, ਫਿਰ ਉਹ ਕੁਰਸੀ ਸਾਫ਼ ਕਰਨ ਲੱਗ ਪਏ, ਫਿਰ ਉਹ ਸਾਈਨ ਬੋਰਡ ਵਾਲੇ ਪਾਸੇ ਚਲਾ ਜਾਏ ਵੀ ਇਹਨੂੰ ਵੀ ਮੈਂ ਸਾਫ਼ ਕਰ ਦਿਆਂ, ਸਾਰਾ ਧਿਆਨ ਵੱਟਦਾ ਹੈ। ਉਹ ਗੱਲ ਨਹੀਂ ਨਾ ਬਣਦੀ। ਕਿਸੇ ਨੇ, ਅਧਿਆਪਕ ਨੇ ਕਿਸੇ ਬੱਚੇ ਦੇ ਪੇਰੈਂਟਸ ਸੱਦੇ, ਕਹਿਣ ਲੱਗਾ ਮਹਾਰਾਜ ਤੁਹਾਨੂੰ ਬੇਨਤੀ ਹੈ ਵੀ ਇਹ ਤੁਹਾਡਾ ਬੱਚਾ ਉਂਝ ਤੇ ਠੀਕ ਹੈ। ਜਦੋਂ ਮੈਂ ਸਕੂਲ ਆਉਣਾ ਨਾ, ਲੋਕੀ ਸਾਈਕਲਾਂ ਤੇ ਮਾਸਟਰ ਹੁੰਦੇ ਸਨ, ਇਹ 2-3 ਅਗਾਂ ਜਾ ਕੇ ਕਰਨਾ, ਗੇਟ ਤੱਕ ਮੇਰਾ ਸਾਈਕਲ ਅਕਲਵਾੜੀ ਜਾ ਕੇ ਫੜ ਲੈਂਦਾ, ਫਿਰ ਇਹ ਸਾਈਕਲ ਨੂੰ ਪੂੰਝ ਦਿੰਦਾ, ਹਵਾ ਘੱਟ ਹੋਵੇ ਤੇ ਪਾ ਮੇਰਾ ਟੇਬਲ ਕੁਰਸੀ ਰੋਜ਼ ਸਾਫ਼ ਕਰ, ਪਾਣੀ ਦਾ ਗਲਾਸ ਵੀ ਧਰ ਦਿੰਦਾ, ਪਰ ਇਹ ਪੜ੍ਹਦਾ ਕੋਈ ਨਹੀਂ। ਇਹ ਜਿਹੜੀ ਫਟੀਕ ਹੈ, ਇਹਦਾ ਇੱਕ ਵਕਤ ਹੁੰਦਾ, ਜਦੋਂ ਕਲਾਸ ਲੱਗੀ ਹੋਵੇ ਉਹ ਫਟੀਕ ਦਾ ਟਾਈਮ ਨਹੀਂ ਹੁੰਦਾ। ਕਲਾਸ ਖਤਮ ਹੋ ਗਈ ਹੈ, ਫਟੀਕ ਕਰ ਲਓ, ਕਲਾਸ ਨਹੀਂ ਲੱਗੀ, ਫਟੀਕ ਕਰ ਲਓ। ਹੁਣ ਕੁਝ ਵੀਰ ਆ ਕੇ ਇੱਕ ਦਿਨ ਪ੍ਰਧਾਨ ਸਾਹਿਬ ਨੇ ਉਚੇਚੇ ਤੌਰ ਤੇ ਕੋਲ ਬਿਠਾ ਕੇ ਉਸ ਸੱਜਣ ਨੂੰ ਸਮਝਾਇਆ ਵੀ ਤੁਸੀਂ ਜਲਦੀ ਕਥਾ ਚ ਨਾ ਕਰਿਆ, ਪਰ ਪਤਾ ਨਹੀਂ ਕਿਤੇ ਕਈ ਵਾਰ ਉਮਰ ਜ਼ਿਆਦੀ ਹੋਣ ਕਰਕੇ ਸੁਰਤ ਵੀ ਨਹੀਂ ਕੰਮ ਕਰਦੀ, ਉਹ ਫਿਰ ਵੀ ਉਸ ਨੇ ਕਰਦੇ। ਕਈ ਵਾਰ ਅਸੀਂ ਕਹਿੰਦੇ ਦੀ ਕਮੇਟੀਆਂ ਵਾਲੇ ਕਰਦੇ ਕੁਝ, ਮੈਂ ਆਪ ਦੇਖਿਆ, ਉਹਨਾਂ ਨੇ ਉਹਦੀ ਕਲਾਸ ਲਾਈ, ਉਹਨੂੰ ਸਮਝਾਇਆ, ਉਹਨੂੰ ਬੇਨਤੀ ਕੀਤੀ, ਔਰ ਜਦੋਂ ਬੇਨਤੀ ਕਰਕੇ ਹਟੇ ਉਹ ਉੱਠ ਕੇ ਫਿਰ ਲੱਗ ਗਏ, ਫਿਰ ਉਹਨਾਂ ਬਾਂਹ ਤੋਂ ਫੜ ਕੇ। ਇੱਕ ਤੇ ਥੋੜੀ ਜਿਹੀ ਇਹ ਵੀ ਪ੍ਰੋਬਲਮ ਹੈ ਵੀ ਜਿਹੜੇ ਘਰ ਥੋੜਾ ਜਿਹਾ, ਕੱਲ ਇੱਕ ਅਪਸੈਟ ਜਿਹਾ ਵਿਅਕਤੀ ਆਇਆ ਸੀ, ਉਹਦੇ ਉਹਨੇ ਗੇੜੇ ਲਾਏ, ਪਿੱਛੇ ਸ਼ੋਰ ਵੀ ਕੀਤਾ, ਉਹ ਮੈਂ ਪਤਾ ਕੀਤਾ ਵੀ ਇਹ ਕੌਣ ਹੈ, ਉਹ ਕਹਿੰਦੇ ਜੀ ਇਹ ਥੋੜਾ ਮੈਂਟਲ ਹੈ, ਅਸੀਂ ਕਹਿੰਦੇ ਚੱਲ ਗੁਰਦੁਆਰੇ ਚਲਾ। ਬਈ ਜਿਹੜਾ ਬੰਦਾ ਮੈਂਟਲ ਹੈ ਉਹਨੂੰ ਤੁਸੀਂ ਕਹੋਗੇ ਵੀ ਤੂੰ ਗੁਰਦੁਆਰੇ ਚਲਾ ਜਾ, ਵੀ ਜੇ 60 ਸਰੀਰ ਬੈਠੇ ਨੇ ਤੇ ਉਹਨਾਂ 60 ਸਰੀਰਾਂ ਦਾ ਵੀ ਜਾ ਕੇ ਤੂੰ ਟਾਈਮ ਵੇਸਟ ਕਰ, ਇਹ ਕੋਈ ਤਰੀਕਾ ਥੋੜਾ, ਇਹ ਕੋਈ ਤਹਿਜ਼ੀਬ ਥੋੜਾ। ਪਾਗਲਾਂ ਦੀ ਜਗ੍ਹਾ ਮੈਨੂੰ ਮਾਫ ਕਰ ਦੇਣਾ, ਪਾਗਲਖਾਨੇ ਵਿੱਚ ਹੁੰਦੀ ਕਿਉਂ ਹੁੰਦੀ ਹੈ? ਉਹ ਕਿਸੇ ਦਾ ਮਰਡਰ ਕਰ ਦੇਣ, ਜਾਂਦੇ ਜਾਂਦੇ ਕਿਸੇ ਬਿਲਡਿੰਗ ਨੂੰ ਅੱਗ ਲਾ ਦੇਣ। ਸਰਕਾਰ ਨੇ ਜਿਹੜੇ ਇਹ ਇੰਤਜ਼ਾਮ ਕੀਤੇ ਨੇ, ਆਪਣੇ ਘਰ ਦੇ ਇਸ ਤਰ੍ਹਾਂ ਦੇ ਮੈਂਬਰ ਨੂੰ ਉੱਥੇ ਛੱਡਣਾ ਔਖਾ ਤੇ ਬੜਾ ਹੁੰਦਾ ਹੈ, ਪਰ ਉਹਦੇ ਪਿੱਛੇ ਇੱਕ ਆਈਡੀਓਲੋਜੀ ਨੇ। ਕਦੀ ਕਦੀ ਬੜੀਆਂ ਵੱਡੀਆਂ ਅਣਸਖਾਵੀਆਂ ਘਟਨਾ ਵਾਪਰ ਜਾਂਦੀਆਂ, ਜਾਂ ਤੇ ਉਹਨਾਂ ਨੂੰ ਕੇਅਰ ਕਰੋ, ਉਹਨਾਂ ਦੇ ਉੱਤੇ ਕੋਈ ਨਿਸ਼ਚਿਤ ਕਰੋ, ਬੰਦਾ ਆਪ ਲੱਗੋ, ਜਾਂ ਫਿਰ ਉਹਨਾਂ ਨੂੰ ਨਿਸ਼ਚਿਤ ਜਗ੍ਹਾ ਤੇ ਪਹੁੰਚਾ ਦਿਓ, ਉਹਨੂੰ ਖੁੱਲਾ ਨਾ ਛੱਡ ਦਿਓ ਵੀ ਉਹ ਜੋ ਮਰਜ਼ੀ ਸਮਾਜ ਵਿੱਚ ਕਰਦਾ। ਤਾਂ ਕਦੀ ਕਦੀ ਕੁਝ ਇਸ ਤਰ੍ਹਾਂ ਦਾ ਹੈਪਨ ਹੁੰਦੇ ਨੇ ਜਿਹਦੇ ਨਾਲ ਡਿਸਟਰਬੈਂਸ, ਅਦਰਵਾਈਜ਼ ਬਹੁਤ ਸੋਹਣਾ ਮਾਹੌਲ ਹੁੰਦਾ ਹੈ, ਬਹੁਤ ਹੀ ਆਪ ਦੀ ਅਸੀਸ ਬਖਸ਼ਦੇ ਹੋ। ਇਸੇ ਤਰ੍ਹਾਂ ਆਪ ਜੀ ਨੇ ਕਿਰਪਾ ਕਰਨੀ, ਅਸੀਸ ਬਖਸ਼ਿਸ਼ ਕੀਤੀ ਰੱਖਣੀ। ਸੋ ਆਓ ਇੱਕ ਵਾਰੀ ਮਨ ਦੀ ਇਕਾਗਰਤਾ ਤੇ ਰਸਨਾ ਦੀ ਪਵਿੱਤਰਤਾ ਵਾਸਤੇ
ਸਾਰੀ ਸੰਗਤ ਪਿਆਰ ਵਿੱਚ ਇਕੱਠੇ ਹੋ ਕੇ ਉਚਾਰਨ ਕਰੋ ਅਤੇ ਆਖੋ ਜੀ ਸਤਿਨਾਮ ਸ੍ਰੀ। ਪਿਆਰਿਓ, ਮੈਂ ਜਿਹੜਾ ਵਾਤਾਵਰਨ ਬਣਾਉਣਾ ਚਾਹੁੰਦਾ, ਸ਼ੁਰੂਆਤ ਤੇ ਬਣ ਜਾਏਗਾ, ਉਹ ਇਹ ਹੈ ਵੀ ਜਦੋਂ ਅਸੀਂ ਸਤਿਨਾਮ ਵਾਹਿਗੁਰੂ ਕਹਿਣਾ ਹੈ, ਕਮ ਸੇ ਕਮ ਛੱਤ ਨਾਲ ਤੇ ਜਾ ਕੇ ਟਕਰਾਏ ਨਾ। ਸਤਿਨਾਮ ਵਾਹਿਗੁਰੂ ਕਹਿਣ ਲੱਗਿਆ ਕੌਮ ਦੇ ਵਾਰਸੋ, ਅਰਕਾਂ ਤੱਕ ਹੱਥ ਜੋੜ ਕੇ ਮੇਰੀ ਸੁਨਿਮਰ ਬੇਨਤੀ, ਨਾ ਸੰਗਿਆ ਨਾ ਚੱਕਿਆ ਕਰੋ, ਇਹ ਲਾਇਕ ਕਰਕੇ ਇਹਦੇ ਚ ਕੋਈ ਘਾਟਾ ਨਹੀਂ। ਜ਼ਰੂਰ ਆਖਿਆ ਕਰੋ, ਗੱਜ ਕੇ ਆਖਿਆ ਕਰੋ ਔਰ ਇੱਕ ਸੁਰ ਹੋ ਕੇ ਆਖਿਆ। ਇੱਕ ਵਾਰ ਹੋਰ ਖੇਚਲ ਦਿਆਂ ਇਸ ਉਮੀਦ ਨਾਲ ਵੀ ਐਤਕੀ ਕੋਈ ਰਸਨਾ ਵਾਂਝੀ ਨਹੀਂ ਰਵੇਗੀ। ਆਓ ਸਾਰੇ ਹੋਵੋ ਇਕੱਠੇ ਤੇ ਪਿਆਰ ਨਾਲ ਆਖੋ ਜੀ ਸਤਿਨਾਮ ਸ੍ਰੀ। ਫਿਰ ਆਖੋ ਜੀ ਸਤਿਨਾਮ ਸ੍ਰੀ। ਬਸ ਰੋਜ਼ ਇਸ ਤਰ੍ਹਾਂ ਹੀ ਕਰਨਾ। ਇਸ ਤਰ੍ਹਾਂ ਕਰਾਉਣ ਵਾਸਤੇ ਜਿਹੜਾ ਅੱਧਾ ਮਿੰਟ ਜ਼ਾਇਆ ਹੋਇਆ ਉਹ ਵੀ ਨਾ ਹੋਵੇ, ਵੀ ਜਿਵੇਂ ਹੀ ਬੇਨਤੀ ਕਰੀਏ ਗੱਜ ਕੇ ਇਸ ਤਰ੍ਹਾਂ ਕਹਿਣਾ, ਇਹਦੇ ਨਾਲ ਇੱਕ ਵਾਤਾਵਰਨ ਬਣਦਾ। ਆਓ ਹੁਣ ਸ਼ਬਦ ਵੱਲ ਸੁਣੋ ਔਰ ਮੈਂ ਫਿਰ ਅਰਥ ਕਰਦਿਆਂ ਭਗਤਾਂ ਦੀ ਬਾਣੀ ਮੈਥੇਮੈਟਿਕਸ ਦਾ ਪੀਰੀਅਡ ਹੈ, ਥੋੜਾ ਜਿਹਾ ਉਚੇਚਾ ਪੁੱਛਣਾ ਪੈਂਦਾ ਹੈ। ਤੁਸੀਂ ਵੀ ਅਸੀਸ ਦਿਆ ਕਰੋ, ਤੁਸੀਂ ਵੀ ਕਾਗਰ ਹੋ ਕੇ ਸਮਝਿਆ। ਅਰੰਭਕ ਬੋਲ ਨੇ ਅਵਰ ਮੂਏ ਕਿਆ ਸ਼ੋਕ ਕਰੀਜੈ, ਤਉ ਕੀਜੈ ਜੋ ਆਪਨ ਜੀਜੈ। ਇਹਦੇ ਅਰਥ ਨੇ ਕਿਸੇ ਹੋਰ ਦੇ ਮਰਨ ਤੇ ਸ਼ੋਕ ਅਸੀਂ ਤਾਂ ਕਰੀਏ, ਅਫਸੋਸ ਅਸੀਂ ਤਾਂ ਕਰੀਏ, ਰੋਈਏ ਕਰਵਾਈਏ ਅਸੀਂ ਤਾਂ ਜੇ ਅਸੀਂ ਆਪ ਨਾ ਮਰਨਾ ਹੋਵੇ, ਮਰਦੇ ਅਸਾਂ ਵੀ ਜਾਣਾ। ਫਿਰ ਭਾਈ ਕਿਸੇ ਦੂਜੇ ਦੇ ਮਰਨ ਤੇ ਕਿਉਂ ਰੋਂਦੇ? ਹੁਣ ਰੋਣ ਤੋਂ ਮਨਾ ਕੀਤਾ। ਜਦੋਂ ਕੋਈ ਪ੍ਰਾਣੀ ਕਾਲ ਚਲਾਣਾ ਕਰਦਾ ਹੈ ਤੇ ਅਸੀਂ ਸਰੀਰ ਨੂੰ ਅਗਨਦਾਹ ਕਰਕੇ ਗੁਰਦੁਆਰੇ ਹੁੰਦੇ ਆ, ਗੁਰਦੁਆਰੇ ਆ ਕੇ ਜਾਂ ਤੇ ਸੱਦ ਦਾ ਪਾਠ ਹੁੰਦਾ ਜਾਂ ਅਲਾੜੀਆਂ ਦਾ ਪਾਠ। ਇਹ ਦੋਵਾਂ ਬਾਣੀਆਂ ਵਿੱਚ ਰੋਣ ਤੋਂ ਉਚੇਚੇ ਤੌਰ ਤੇ ਵਰਤਿਆ ਗਿਆ। ਇੱਕ ਸ਼ਬਦ ਮੈਂ ਆਪ ਜੀ ਨਾਲ ਸਾਂਝਾ ਕਰਾਂ, ਫਿਰ ਬਾਕੀ ਪਦੇ ਜਿਹੜੇ ਨੇ ਉਹਨਾਂ ਨੂੰ ਵੀ ਖੋਲ੍ਹਣਾ ਹੈ। ਰਾਮਕਲੀ ਸੱਦ ਵਿੱਚ ਬਚਨ ਹੈ। ਇਹ ਬਚਨ ਕਿਸ ਤਰ੍ਹਾਂ ਦੇ ਨੇ? ਬੜੇ ਅਲੌਕਿਕ ਬਚਨ। ਕਿਸ ਤਰ੍ਹਾਂ? ਜਿਹੜੀ ਗੱਲ ਵਾਰਤਕ ਵਿੱਚ ਗੁਰੂ ਅਮਰਦਾਸ ਨੇ ਕਹੀ, ਆਪਣੇ ਜੋਤੀ ਜੋਤ ਸਮਾਨ ਤੋਂ ਪਹਿਲਾਂ ਸਾਰੀ ਸੰਗਤ ਇਕੱਠੀ ਕਰਕੇ ਵਾਰਤਕ ਰੂਪ ਵਿੱਚ ਜਿਹੜੀ ਗੱਲ ਕਹੀ ਨਾ ਗੁਰੂ ਅਮਰਦਾਸ ਨੇ ਗੋਇੰਦਵਾਲ ਸਾਹਿਬ, ਬਾਅਦ ਵਿੱਚ ਬਾਬਾ ਸੁੰਦਰ ਜੀ ਨੇ ਉਹਨੂੰ ਕਾਵਿ ਰੂਪ ਦਿੱਤਾ ਉਹਨਾਂ ਦੀ ਬਾਣੀ ਵਿੱਚ। ਉਹਦਾ ਨਾਮ ਹੈ ਰਾਮਕਲੀ ਸੱਤ। ਹੁਣ ਜਿਹੜਾ ਸੱਤ ਹੈ ਇਹਦੇ ਅਰਥ ਹੱਥ ਵਿੱਚ ਨਹੀਂ। ਸਤਿਗੁਰ ਆਪਣਾ ਸਭ ਸਦਾ ਬਣਾਓ। ਸੱਤ ਦੇ ਅਰਥ ਹੰਡੜ ਵੀ ਇਹ ਵੀ ਮਰਜ਼ੀ ਕਰਦੇ ਆ। ਬਲਿਹਾਰੀ ਗੁਰ ਆਪਣੇ ਦਿਵਹਾੜੀ ਸਤਵਾ, ਉੱਥੇ ਸੱਤ ਦੇ ਅਰਥ 100। ਬੜਾ ਚੰਗਾ ਲੱਗਦਾ ਹੈ ਜਦੋਂ ਤੁਸੀਂ ਵਿਚਾਰ ਨੂੰ ਇਕਾਗਰਤਾ ਨਾਲ ਸੁਣਦੇ, ਰਿਸਪੌਂਸ ਦਿੰਦੇ, એનર્ਜੀ ਮਿਲਦੀ ਹੈ, ਡੋਜ਼ ਮਿਲਦੀ। ਬਹੁਤ ਧੰਨਵਾਦ। ਸੱਤ ਦੇ ਅਰਥ 100 ਵੀ ਨੇ। ਸੱਤ ਦੇ ਅਰਥ ਹਮੇਸ਼ਾ ਵੀ। ਔਰ ਤੁਸੀਂ ਹੈਰਾਨ ਹੋਵੋਗੇ ਸੱਤ ਦੇ ਅਰਥ ਸਮਣ ਵੀ। SUMMON। ਅਦਾਲਤ ਵਿੱਚੋਂ ਸਮਣ ਆਇਆ। ਸਮਣ ਮੀਨਸ ਸੱਤਾ। ਰਾਮ ਕਲੀ ਸੱਤ। ਬਈ ਇਹ ਉਹ ਬਾਣੀ ਹੈ ਜਿਹਦੇ ਵਿੱਚ ਗੁਰੂ ਅਮਰਦਾਸ ਦੇ ਸਮਣ ਦਾ ਜ਼ਿਕਰ। ਸਮਣ ਕਿੱਥੋਂ ਆਏ? ਦਰਗਾਹ ਵਿੱਚ। ਕਿਹਦੇ ਸਮਣ ਆਏ ਜੀ? ਗੁਰੂ ਅਮਰਦਾਸ। ਜਦੋਂ ਸਮਣ ਆ ਗਏ ਤੇ ਮਹਾਰਾਜ ਨੇ ਕਮਿਊਨਿਟੀ ਇਕੱਠੀ ਕੀਤੀ। ਸਤਿਗੁਰ ਭਾਣੇ ਆਪਣੇ ਬਹਿ ਪਰਿਵਾਰ ਸੁਣਾਇਆ। ਆਪਣੀ ਮਰਜ਼ੀ ਨਾਲ ਸਾਰਾ ਪਰਿਵਾਰ, ਸਾਰੀ ਕਮਿਊਨਿਟੀ ਇਕੱਠੀ ਕੀਤੀ, ਜੁੜੇ ਰਿਹਾ ਤੇ ਬਚਨ ਕੀ ਕੀਤਾ? ਮਤ ਮੈਂ ਪਿੱਛੇ ਕੋਈ ਰੋਗ ਸੀ, ਸੋ ਮੈਂ ਮੂਲ ਨਾ ਪਾਇਆ। ਦੇਖੋ, ਜਿਹੜਾ ਪ੍ਰਚਾਰਕ ਹੈ ਉਹਨੇ ਗੁਰਬਾਣੀ ਨੂੰ ਐਕਸਪਲੇਨ ਕਰਨਾ। ਇਹ ਛੋਟਾ, ਇਹ ਝਿੜਕਾਂ ਕਦੀ ਕਦੀ ਬਾਣੀ ਮਾਰਦੀ ਹੈ, ਉਹ ਤੇ ਇੱਕ ਜ਼ਰੀਆ। ਸਤਿਗੁਰ ਭਾਣੇ ਆਪਣੇ ਬਹਿ ਪਰਿਵਾਰ ਸਦਾਇਆ, ਮਤ ਮੈਂ ਪਿੱਛੇ ਕੋਈ ਰੋਗ ਸੀ। ਖਬਰਦਾਰ, ਮੇਰੇ ਜੋਤੀ ਜੋਤ ਸਮਾਨ ਤੋਂ ਬਾਅਦ ਤੁਹਾਡੇ ਵਿੱਚੋਂ ਕੋਈ ਵੀ ਰੋਵੇ ਨਾ। ਮੈਨੂੰ ਰੋਣ ਵਾਲਾ ਬਿਲਕੁਲ ਚੰਗਾ ਨਹੀਂ ਲੱਗੇਗਾ। ਸੋ ਮੈਂ ਮੂਲ ਨਾ ਪਾਇਆ, ਉਹ ਮੈਨੂੰ ਉੱਕਾ ਹੀ ਚੰਗਾ ਨਹੀਂ ਲੱਗੇਗਾ। ਹੁਣ ਅਗਲੇ ਬਚਨ ਸੁਣੋ। ਮਹਾਰਾਜ ਕਹਿਣ ਲੱਗੇ ਮੈਂ ਸਰੀਰ ਛੱਡ ਜਾਣਾ, ਮੈਂ ਦਰਗਾਹ ਵਿੱਚ ਜਾਣਾ ਔਰ ਮੈਨੂੰ ਅਕਾਲ ਪੁਰਖ ਨੇ ਉੱਥੇ ਸਨਮਾਨਿਤ ਕਰਨਾ। ਕੀ ਤੁਹਾਨੂੰ ਇਹ ਚੰਗਾ ਨਹੀਂ ਲੱਗਦਾ ਵੀ ਅਕਾਲ ਪੁਰਖ ਮੈਨੂੰ ਦਰਗਾਹ ਵਿੱਚ ਸਰੋਪਾ ਪਾਏ? ਕਹਿਣ ਲੱਗੇ ਜੀ ਲੱਗਦਾ। ਤੇ ਕਹਿੰਦੇ ਇੱਕ ਪਾਸੇ ਮੈਨੂੰ ਸਰੋਪਾ ਪੈ ਰਿਹਾ ਹੋਵੇ, ਇੱਕ ਪਾਸੇ ਤੁਸੀਂ ਇੱਥੇ ਰੋ ਰਹੇ ਹੋ, ਇਹ ਕਲੈਸ਼ ਨਹੀਂ।
ਮਿਤ ਪਹਿਜੈ ਮਿਤ ਬਿਗਸੈ ਜਿਸ ਮਿਤ ਕੀ ਪਹਿਜ ਭਾਵੈ। ਤੁਸੀਂ ਵਿਚਾਰ ਦੇਖੋ ਪੁੱਤ ਭਾਈ, ਹਰ ਸਤਿਗੁਰੂ ਪਹਿਨਾਵੈ। ਮਿੱਤਰ ਨੂੰ ਮਿੱਤਰ ਸਤਿਕਾਰ ਦੇ ਤੇ ਫਿਰ ਸਾਨੂੰ ਵੀ ਇਹ ਚੰਗਾ ਲੱਗਣਾ ਚਾਹੀਦਾ। ਹੋਰ ਵੀ ਬੜੇ ਬਚਨ ਨੇ, ਤੁਸੀਂ ਰੋਵੋ ਰੋਵਣ ਹਾਰੀਓ ਝੂਠ ਮੁੱਠੀ ਸੰਸਾਰ ਹੋਵਾ, ਜਿਹਦੇ ਵਿੱਚ ਸਾਨੂੰ ਮਨਾ ਕੀਤਾ। ਤੋ ਖੈਰ ਹਜ਼ੂਰ ਬਚਨ ਕਰ ਰਹੇ ਨੇ, ਅਵਰ ਮੂਏ ਕਿਆ ਸ਼ੋਕ ਕਰੀਜੈ ਤਉ ਕੀਜੈ ਜੋ ਆਪਨ ਚੀਜੈ। ਕਿਸੇ ਦੂਜੇ ਦੇ ਮਰਨ ਤੇ ਸ਼ੋਕ ਕਰੋ, ਪਰ ਗਰੰਟੀ ਹੈ ਵੀ ਤੁਸੀਂ ਨਹੀਂ ਮਰਨਾ। ਤੇ ਜੇ ਤੁਸੀਂ ਮਰ ਜਾਣਾ ਤੇ ਕਿਸੇ ਦੂਜੇ ਦੇ ਮਰਨ ਤੇ ਕਿਉਂ ਸ਼ੋਕ ਕਰਦੇ ਹੋ। ਹੁਣ ਅਗਲੇ ਬਚਨ ਜਿਹੜੇ ਨੇ, ਮੈਂ ਨਾ ਮਰੋ ਮਰਬੋ ਸੰਸਾਰਾ ਅਬ ਮੋਹ ਮਿਲਿਓ ਹੈ ਜੀਆਵਨ ਹਾਰ। ਹੁਣ ਕੀ ਭਗਤ ਕਬੀਰ ਸਾਹਿਬ ਸਰੀਰਕ ਤੌਰ ਤੇ ਨਹੀਂ ਸਨ ਮਰੇ, ਪਰ ਉਹ ਬਾਣੀ ਚ ਲਿਖ ਰਹੇ ਨੇ ਮੈਂ ਨਹੀਂ ਮਰਾਂਗਾ, ਦੁਨੀਆ ਮਰੇਗੀ। ਹੁਣ ਇਹਦੇ ਅਰਥ ਥੋੜੇ ਜਿਹੇ ਡੀਪ ਨੇ, ਥੋੜੇ ਡੂੰਘੇ। ਤਾਂ ਹੀ ਮੈਂ ਬੇਨਤੀ ਕਰਨਾ ਵੀ ਮੈਥਮੈਟਿਕਸ ਦਾ ਪੀਰੀਅਡ, ਇਹ ਹਿਸਟੋਰੀ ਨਹੀਂ। ਭਗਤ ਕਬੀਰ ਸਾਹਿਬ ਮਹਾਰਾਜ ਫਰਮਾਨ ਕਰ ਰਹੇ ਨੇ ਵੀ ਮੈਨੂੰ ਤੇ ਆਤਮਕ ਜ਼ਿੰਦਗੀ ਦੇਣ ਵਾਲਾ ਪ੍ਰਮਾਤਮਾ ਮਿਲ ਗਿਆ, ਮੇਰੀ ਆਤਮਕ ਮੌਤ ਨਹੀਂ ਹੋਣੀ। ਪਰ ਜਿਹੜੇ ਸਿਰਫ ਸੰਸਾਰਕ ਧੰਦਿਆਂ ਵਿੱਚ ਖਚਤ ਨੇ ਭਾਈ, ਉਹਨਾਂ ਦੀ ਆਤਮਕ ਮੌਤ ਜ਼ਰੂਰ ਹੁੰਦੀ। ਹੁਣ ਇਹ ਆਤਮਕ ਮੌਤ ਕਿਵੇਂ ਹੁੰਦੀ ਹੈ ਤੇ ਆਤਮਕ ਜ਼ਿੰਦਗੀ ਕਿਵੇਂ ਮਿਲਦੀ ਹੈ, ਕਬੀਰ ਸਾਹਿਬ ਦਾ ਹੀ ਇੱਕ ਸ਼ਬਦ ਮੈਂ ਤੁਹਾਡੀ ਨਾਲ ਦੱਸਾਂ। ਆਤਮਕ ਜ਼ਿੰਦਗੀ ਦਾ ਮੈਥਡ ਕੀ ਹੈ ਤੇ ਆਤਮਕ ਮੌਤ ਕਿੰਨਾ ਗਲਤੀਆਂ ਕਰਕੇ ਸਾਡੀ ਹੁੰਦੀ ਹੈ। ਸ਼ਬਦ ਪ੍ਰਾਰੰਭ ਹੁੰਦਾ ਹੈ ਜਨਨੀ ਜਾਨਤ ਸੁਤ ਬੜਾ ਹੋਤ ਹੈ, ਇਹਦੇ ਵਿੱਚ ਆਤਮਕ ਮੌਤ ਤੇ ਆਤਮਕ ਜ਼ਿੰਦਗੀ ਦੀ ਵਿਆਖਿਆ ਕੀਤੀ ਗਈ। ਆਤਮਕ ਜ਼ਿੰਦਗੀ ਦੀ ਜਦੋਂ ਗੱਲ ਕਰਨੀ ਹੈ ਤੇ ਪ੍ਰਚਾਰਕ ਆਪ ਉਦਾਹਰਨ ਦਿੰਦੇ ਨੇ, ਆਖਾਂ ਨੀਵਾਂ ਵਿਸਰੇ ਮਰ ਜਾਓ ਆਖਣ ਪਸੰਦ। ਜਿਹੜਾ ਇਨ ਬਿਨ ਸ਼ਬਦ ਟੁੱਕਦਾ ਔਰ ਪੂਰੀ ਵਿਸ਼ਲੇਸ਼ਣ ਕਰਦਾ ਹੈ, ਉਹ ਸ਼ਬਦ ਛੱਡ ਜਾਂਦੇ। जननी जानत सुध बड़ा होता है, इतना तू न जाने जे दिन दिन अवध घटत। ये भी उल्टा बैठ देना। एक साल लग जाए असं बर्थडे मनाते हैं, मैं 1 साल बड़ा हो गया। हुण जिहड़ा मैथमैटिक्स है स्पिरिचुअल एंगल तो वो कहते तू 1 साल छोटा हो गया। देखो वो कहते 1 साल बड़ा हो गया, क्यों? मान लिया कोई 60 साल की उम्र लैके आया, 29 साल का है, 30 का होया, कहना बड़ा हो गया। वो कहते नहीं, पहला तेरे 31 साल बाकी सन, हुण तेरे 30 साल बाकी, तेरी उम्र वधी नहीं, तेरी उम्र घटी है। नजरिया ना उसे चीज नूं तुसीं अगों वेखो ते होर तरह दिसेगी, पिछों वेखो किसी नेत्रहीन नूं हाथी की सुन दे उत्ते हत्थ फरा दिओ ते दूजे नूं पूछल ते फरा दिओ, वो कहेगा भी लोहे दी तारां वर्गा हाथी हुंदा, जिन्हें सोनू हथ दे रहा उस तरह की एक्सप्लेन करे। दोवें नहीं बोल रहे, दोवें सच बोल रहे हैं, पर दृष्टिकोण। जननी जानत सुत बड़ा होत है, इतना तू न जाने जे दिन दिन अवध घटत है। मोर मोर कर अधिक लाड था, हिंदी में अधिक ज्यादा नहीं कहते। पेखत ही जम राओ हसै, जामराज हसना है, मेरा पुत्र वड्डा हो गया कह के वो इस तरह ਉਹਨੂੰ ਪੁਕਾਰਦੀ ਹੈ। ਤੇ ਕਬੀਰ ਸਾਹਿਬ ਮਹਾਰਾਜ ਕਹਿੰਦੇ ਨੇ, ਮੈਂ ਤੇ ਵਿਆਖਿਆ ਕਰ ਰਿਹਾ, ਉਹ ਕਹਿੰਦੇ ਜਮ ਹੱਸਦਾ, ਜਮ ਮੁਸਕਰਾਉਂਦਾ। ਅੱਗੇ ਕਹਿੰਦੇ ਨੇ ਐਸਾ ਤੈਂ ਜਗ ਭਰਮ ਲਾਇਆ, ਕੈਸੇ ਬੂਝੈ ਜਬ ਮੋਇਆ ਹੈ ਮਾਇਆ। ਕਿਸੇ ਦੇ ਅੱਖਾਂ ਤੇ ਕਾਲਾ ਚਸ਼ਮਾ ਲਾ ਦਿਓ ਤੇ ਉਹਨੂੰ ਤੇ ਧੁੱਪ ਨਹੀਂ ਨਜ਼ਰ ਆਵੇਗੀ ਨਾ, ਉਹ ਵੀ ਠੀਕ ਕਹਿ ਰਹੇ। ਹੁਣ ਲੋਕ ਕੀ ਕਰਨ, ਜਦੋਂ ਤੁਸੀਂ ਉਹਨਾਂ ਨੂੰ ਭਰਮ ਦੇ ਵਿੱਚ ਪਾ ਦਿੱਤਾ, ਉਹਨਾਂ ਨੂੰ ਅਸਲ ਗੱਲ ਸਮਝ ਵਿੱਚ ਨਹੀਂ ਆ ਰਹੀ। माया ने अपना जाल इस तरह का बिछा दिता है कि वह मिसअंडरस्टैंडिंग बचपन तो बन गई, वो जानी नहीं। ऐसा तैं जग भरम लाया, लिखा कैसे बूझे जब बोया है माया। कहत कबीर छोड़ बिखिया रस, इत संगत नेचो मरना। यह है आत्म बिखिया रस।
ਸਿਰਫ ਸੰਸਾਰੀ ਧੰਦਿਆਂ ਵਿੱਚ ਸੰਸਾਰੀ ਧੰਦੇ ਕਰਨੇ ਨੇ ਕਿ ਸਿੱਖ ਹਰ ਵੇਲੇ ਅਫਸੋਸ ਵਿੱਚ ਬੈਠਾ ਰਹੇ। ਉਹਦੀ ਜ਼ਿੰਦਗੀ 'ਚ ਗਲੈਬਰ ਨਹੀਂ ਹੋਣਾ ਚਾਹੀਦਾ, ਉਹਦੀ ਜ਼ਿੰਦਗੀ ਵਿੱਚ ਕੋਈ ਖੁਸ਼ੀ ਨਹੀਂ ਹੋਣੀ ਚਾਹੀਦੀ। ਹੋਣੀ ਚਾਹੀਦੀ ਸੰਤੁਲਨ ਬਣਾ, ਬੈਲੈਂਸ ਬਣਾਣਾ। ਜੋਗੀ ਸਭ ਕੁਝ ਛੱਡ ਕੇ ਪਹਾੜਾਂ ਚਲਾ ਗਿਆ, ਗ੍ਰਸਤੀ ਬਿਲਕੁਲ ਸੰਸਾਰ ਵਿੱਚ ਖੱਚ ਹੋ ਗਿਆ। ਹਜ਼ੂਰ ਕਹਿੰਦੇ ਦੋਵੇਂ ਰਹੋ, ਜੋਗੀ ਵੀ ਰਹੋ, ਤੁਸੀਂ ਵੀ ਰਹੋ। ਬੈਲੈਂਸ ਬਣਾਓ, ਸੰਤੁਲਨ ਬਣਾਓ ਵੀ ਕਿੰਨਾ ਸਮਾਂ ਸੰਸਾਰ ਨੂੰ ਦੇਣਾ ਤੇ ਕਿੰਨਾ ਸਮਾਂ ਨਿਰੰਕਾਰ। ਸੰਤੁਲਨ ਬਣ ਗਿਆ, ਲੋਕ ਵਿਸ਼ੇ ਪਰਲੋਕ ਵਿਸ਼ੇ ਦਾ ਕਹਿਤ ਕਬੀਰ ਛੋੜ ਵਿਖਿਆ ਰਸ, ਇੱਕ ਸੰਗਤ ਨੇਚੋ ਵਰਨਾ। ਜੇ ਤੂੰ ਇਹਨਾਂ ਦੀ ਸੰਗਤ ਵਿੱਚ ਰਿਹਾ ਤੇ ਨਿਸ਼ਚਿਤ ਤੌਰ ਤੇ ਤੇਰੀ ਆਤਮਕ ਮੌਤ, ਦੂਸਰੀ ਸਰੀਰਕ ਮੌਤ ਦੀ ਗੱਲ ਨਹੀਂ। ਫਿਰ ਅੱਗੇ ਕੀ ਕਹਿੰਦੇ, ਰਮਈਆ ਜਪੋ ਪ੍ਰਾਣੀ ਅਨੰਤ ਜੀਵਨ ਬਾਣੀ, ਇਨ ਬਿਦ ਭਵ ਸਾਗਰ ਤਰਨਾ। ਨਾਮ ਜਪੋ, ਇਨ ਬਿਦ ਭਵ ਸਾਗਰ ਤਰਨਾ। ਜਾਂ ਤਿਸ ਭਾਵੈ ਤਾਂ ਲਾਗੈ ਭਾਉ। ਫਿਰ ਅਰਜ਼ ਕਰਦੇ ਆ ਵੀ ਸੁਰਤ ਦੇ ਉੱਤੇ ਥੋੜਾ ਜਿਹਾ ਹੋਰ ਪ੍ਰੈਸ਼ਰ ਪਾ। ਜੇ ਉਹਨੂੰ ਚੰਗਾ ਲੱਗੇ ਤੇ ਅੰਦਰ ਗੁਰੂ ਦੇ ਪ੍ਰਤੀ ਪ੍ਰੇਮ ਪੈਦਾ, ਭਾਉ ਪ੍ਰੇਮ। ਜਾਂ ਤਿਸ ਭਾਵੈ ਤਾਂ ਲਾਗੈ ਭਾਉ, ਭਰਮ ਭੁਲਾਵਾ ਵਿੱਚੋਂ ਜਾਏ। ਉਹਨੂੰ ਚੰਗਾ ਲੱਗੇ ਤੇ ਪ੍ਰੇਮ ਪੈਦਾ। ਹੁਣ ਜੇ ਪ੍ਰਭੂ ਪਤੀ ਗੁਰੂ ਪਤੀ ਪ੍ਰੇਮ ਪੈਦਾ ਨਾ ਹੋਵੇ, ਇਹਦਾ ਇੱਕ ਹੈਗਾ ਹੈ ਹੁਨਰ ਹੈਗਾ, ਇਹਦਾ ਇੱਕ ਤਰੀਕਾ ਹੈਗਾ ਪ੍ਰੇਮ ਪੈਦਾ ਕਰਨ। ਇੱਕ ਜਗ੍ਹਾ ਹੈ ਜਿੱਥੋਂ ਪ੍ਰੇਮ ਮਿਲਦਾ ਨਹੀਂ, ਪਰ ਬਾਜ਼ਾਰ ਵਿੱਚੋਂ ਨਹੀਂ ਮਿਲਦਾ, ਇਹ ਕਿਸੇ ਮੌਲ ਚੋਂ ਨਹੀਂ ਮਿਲਦਾ, ਇਹ ਪ੍ਰੇਮ ਮਿਲਦਾ ਹੈ। ਮਿਲਦਾ ਕਿੱਥੋਂ ਹੈ? ਕਹਿੰਦੇ ਨੇ ਸਾਧ ਸੰਗਤ ਬਿਨਾ ਭਾਉ ਨਹੀਂ ਉਪਜੈ। ਜੇ ਚਾਹੁੰਦੇ ਆ ਵੀ ਅੰਦਰ ਸਾਡੇ ਫਲਾਣਾ ਤੇ ਵੀ ਬੜਾ ਉਹਦੇ ਚ ਗੁਰੂ ਦਾ ਪਿਆਰ ਹੈ, ਉਹ ਤੇ ਬੜੀ ਬਾਣੀ ਪੜ੍ਹਦਾ, ਨਾਮ ਜਪਦਾ, ਸੇਵਾ ਕਰਦਾ ਹੈ, ਗੁਰਮਤਿ ਸਮਾਗਮ ਕਰਾਉਂਦਾ ਹੈ, ਸਹਿਜ ਪਾਠ ਕਰਾਉਂਦਾ ਹੈ, ਅਖੰਡ ਪਾਠ ਦੀ ਸੇਵਾ ਲੈਂਦਾ, ਲੰਗਰਾਂ ਦੀ ਸੇਵਾ ਲੈਂਦਾ, ਸਾਡੇ ਚ ਕਿਉਂ ਨਹੀਂ ਹੋਊਗਾ? ਤੇ ਹਜ਼ੂਰ ਕਹਿੰਦੇ ਦਾ ਤਰੀਕਾ ਵੀ ਰੋਜ਼ ਇਕਾਗਰਤਾ ਨਾਲ ਸੰਗਤ ਜੁੜਿਆ ਕਰ, ਇਹ ਪ੍ਰੇਮ ਤੇਰੇ ਅੰਦਰ ਵੀ ਪ੍ਰਗਟ। ਜਾਂ ਤਿਸ ਭਾਵੈ ਤਾਂ ਲਾਗੈ ਭਾਉ, ਸਾਧ ਸੰਗਤ ਬਿਨਾ ਭਾਉ ਨਹੀਂ ਉਪਜੈ। ਭਾਵ ਬਿਨ ਭਗਤ ਨਾ ਹੋਈ। ਹੁਣ ਭਾਉ ਪੈਦਾ ਕਿਉਂ ਕਰਨਾ? ਕਿਉਂਕਿ ਭਾਉ ਤੋਂ ਬਿਨਾ ਭਗਤੀ ਨਹੀਂ, ਭਗਤੀ ਤੋਂ ਬਿਨਾ ਪ੍ਰਾਪਤੀ ਨਹੀਂ। तो गल संगत तो शुरू होगी, संगत में प्रेम पैदा होगा, तो जिन प्रेम कियो जिन ही प्राप्त। जां तिस भावै तां लागै भाओ, भरम भुलावा। ये संसार की जिहड़ी जगत का जो नज़ारा है ना, ये बारे एक मिसअंडरस्टैंडिंग है सब। ये दुकान मेरी है, मकान मेरा, मेरी बेटी है, मेरा बेटा है, मेरी पत्नी है, मेरी भैन, मेरा भरा, मेरी मां, मेरा प्यो। जिन्होंने समझ आई वो कहते हैं भी कुछ भी नहीं दे रहा, एक भरम मिसअंडरस्टैंडिंग। पर सब कुछ जानदे बुझदे भी पकड़ ढिली गई। बार बार तोते की उदाहरण है, नलनी नूं लैके। हुण वो नलनी ते तोते का की हो है, वो नलनी नूं घुट के पकड़ ली, थले भांडे च पानी पाया, वो जिवें बहिंदा वो घुम जाती है, उन्होंने लगता जे मैं छड्डिया ते थले डुब जाऊंगा। वो शिकारी लोग के बैठा होंदा, पिंजरे च बंद कर लेंदा। जे तोते की पकड़ ना होवे ते तोता पिंजरे च बंद नहीं हो सकता। पकड़ ही दुख दा मुक्ति। वो पकड़ स्थान की होवे, वो पकड़ अहुदे की होवे, वो पकड़ रिजक की होवे, वो पकड़ किसी भी प्रकार की पकड़ होवे, वो पकड़ ही दुख दा। रामकृष्ण जी ने एक गल जीवन च लिखी है, बैठे सन पहाड़ी की चोटी, गल नहीं सी पढ़ी, कई साल तो तपस्या कर रहे थे। एक इल आई, ਉਹਦੇ ਕੋਲ ਗੋਸ਼ਤ ਦਾ ਟੁਕੜਾ ਸੀ, ਮਾਸ ਦਾ ਟੁਕੜਾ ਸੀ, ਤੇ 15-20 ਇਲਾ ਉਹਦੇ ਦੁਆਲੇ ਹੋਈਆਂ। ਕੋਈ ਉੱਪਰੋਂ ਠੁੰਗਾ ਮਾਰੇ, ਕੋਈ ਸੱਜਿਓ, ਕੋਈ ਖੱਬੇ, ਲਹੂ ਲੁਹਾਨ ਹੋਈ, ਬੁਰਾ ਹਾਲ, ਬਾਂਕੇ ਦਿਹਾੜੇ। ਉਹਨੂੰ ਲੱਗੇ ਵੀ ਮੈਂ ਅੱਜ ਬਚਣਾ ਨਹੀਂ। ਯਕਦਮ ਮਨ ਵਿੱਚ ਵਿਚਾਰਿਆ ਵੀ ਮੈਨੂੰ ਮਾਰਦੀਆਂ ਕਿਉਂ ਨੇ, ਇਹ ਗੋਸ਼ਤ ਦਾ ਟੁਕੜਾ ਖੋਣਾ ਚਾਹੁੰਦੀਆਂ। ਇੱਕਦਮ ਉਸ ਸਿਚੁਏਸ਼ਨ ਵਿੱਚ ਉਹਨੇ ਗੋਸ਼ਤ ਦਾ ਟੁਕੜਾ ਜਿਹੜਾ ਸੀ ਛੱਡ ਦਿੱਤਾ, ਔਰ ਸਾਰੀਆਂ ਇਲਾ ਗੋਸ਼ਤ ਦੇ ਟੁਕੜੇ ਦੇ ਚਪਟ ਪਈਆਂ। ਇੱਲ ਬਚ ਗਈ। ਕਹਿੰਦੇ ਮੈਨੂੰ ਸੂਤਰ ਮਿਲ ਗਿਆ। रामकृष्ण जी कहते मैनू सूत्र मिल गया भी गल क्यों नहीं सी बन रही, पकड़ दुखी कर रही सी, देह अभ्यास दुखी कर रहा सी। जां तिस भावै तां लागै भाओ, भरम भुलावा विचों जाए, उपजै सहज ज्ञान मत जागे। अंदर टका आ जाता,
ਅੰਦਰ ਸਹਿਜ ਆ ਜਾਂਦਾ। ਸਹਿਜ ਮੀਨਸ ਸਲੋਲੀ ਨਹੀਂ, ਸਹਿਜ ਮੀਨਸ ਆਤਮਕ। ਉਪਜੈ ਸਹਿਜ ਗਿਆਨ ਮਤ ਜਾਗੈ, ਗਿਆਨ ਵਾਲੀ ਮਤ ਪ੍ਰਗਟ ਹੋ ਜਾਂਦੀ ਹੈ। ਅਸਲੀਅਤ ਕੀ ਹੈ ਉਹਨੂੰ ਸਾਰੀ ਸਮਝ ਆ ਜਾਂਦੀ ਹੈ ਵੀ ਸਾਰਾ ਸੰਸਾਰ ਅੱਖਾਂ ਦੇ ਸਾਹਮਣੇ ਜਾ ਰਿਹਾ ਹੈ। ਇਹ ਵੀ ਸਮਝ ਆ ਜਾਂਦੀ ਵੀ ਜਦੋਂ ਤੱਕ ਮੇਰੇ ਕੋਲ ਧਨ ਹੈ ਉਦੋਂ ਤੱਕ ਲੋਕ ਬੜਾ ਸਤਿਕਾਰ ਕਰਦੇ, ਨਿਰਧਨ ਹੋ ਗਏ ਤੇ ਕੋਈ ਨਹੀਂ ਪੁੱਛਦਾ। ਇਹ ਵੀ ਸਮਝ ਆ ਜਾਂਦੀ ਹੈ ਵੀ ਜਿਨ੍ਹਾਂ ਵਾਸਤੇ ਸਾਰੇ ਜਫਰ ਜਾਲੇ ਨੇ, ਇੱਕ ਸਟੇਜ ਇਹ ਵੀ ਆ ਜਾਂਦੀ ਹੈ ਵੀ ਉਹ ਵੀ ਪਾਣੀ ਡੱਕ ਜਾਂਦੇ ਨੇ, ਸਾਨੂੰ ਡਿਸਟਰਬ ਨਾ ਕਰਿਓ ਜੇ ਪਿਆਸ ਲੱਗੀ ਜਾ ਕੇ ਚੁੱਕੇ ਭਰ ਲਿਆ ਕਰੋ ਬਾਬਾ, ਡਿਸਟਰਬੈਂਸ ਬੜੀ। ਇਹ ਤਾਂ ਹੁੰਦਾ ਨਾ ਸਭ 99% ਲੋਕਾਂ ਨਾਲ। ਇਹ ਸਾਰੀ ਹਕੀਕਤ ਸਮਝ ਵਿੱਚ ਆ ਜਾਂਦੀ ਹੈ। ਜਿਵੇਂ ਸਮਝ ਆ ਜਾਂਦੀ ਉਹ ਜ਼ਿੰਮੇਵਾਰੀਆਂ ਤੇ ਨਿਭਾਉਂਦਾ ਹੈ, ਪਰ ਮੋਹ ਨਹੀਂ ਕਰਦਾ, ਪਕੜ ਨਹੀਂ ਕਰਦਾ। ਉਪਜੈ ਸਹਿਜ ਗਿਆਨ ਮਤ ਜਾਗੈ, ਗੁਰ ਪ੍ਰਸਾਦ ਅੰਤਰ ਲਿਵ ਲਾਗੈ। ਗੁਰੂ ਦੀ ਕਿਰਪਾ ਨਾਲ ਅੰਦਰ ਲਿਵ ਲੱਗ ਜਾਂਦਾ। ਇਤ ਸੰਗਤ ਨਾਹੀ ਮਰਨਾ, ਇਹ ਤਰੀਕਾ ਆਤਮਕ ਮੌਤ ਤੋਂ ਬਚਣ ਦਾ। ਕਿਹੜਾ? ਜਾਂ ਤਿਸ ਭਾਵੈ ਤਾਂ ਲਾਗੈ ਭਾਉ, ਪ੍ਰੇਮ ਪੈਦਾ ਕਰਨਾ ਸੰਗਤ ਵਿੱਚ ਬਹਿ ਕੇ। ਭਰਮ ਭੁਲਾਵਾ ਵਿੱਚੋਂ ਜਾਏ, ਮਿਸਅੰਡਰਸਟੈਂਡਿੰਗ ਦੂਰ ਕਰਨੀ ਹੈ। ਉਪਜੈ ਸਹਿਜ, ਅੰਦਰ ਸਹਿਜ ਪੈਦਾ ਕਰਨਾ ਹੈ। ਗਿਆਨ ਮਤ ਜਾਗੈ, ਫਿਰ ਪੰਜਵੀਂ ਗੁਰ ਪ੍ਰਸਾਦ ਅੰਤਰ ਲਿਵ ਲਾਗੈ। ਫਿਰ ਬਰਸਾਤ ਹੁੰਦੀ ਹੈ। ਇਤ ਸੰਗਤ ਨਾਹੀ ਮਰਨਾ, ਹੁਕਮ ਪਛਾਣ ਤਾਂ ਖਸਮੈ ਮਿਲਣਾ। ਰਹਾਉ ਦੂਜਾ, ਪਹਿਲੇ ਰਹਾਉ ਵਿੱਚ ਸਵਾਲ ਹੈ, ਦੂਜੇ ਰਹਾਉ ਵਿੱਚ ਸਾਰਾ ਕਲੀਅਰ ਕਰ। ਇਹ ਹੈ ਆਤਮਕ ਜ਼ਿੰਦਗੀ। ਮੈਂ ਨਾ ਮਰੋ, ਹੁਣ ਮੈਂ ਆਤਮਕ ਮੌਤ ਤੇ ਮੁੱਕਾ ਨਹੀਂ ਮਰਾਂਗਾ। ਮੈਂ ਕਿਵੇਂ ਮਰਾਂਗਾ? ਮੈਂ ਬਿਲਕੁਲ ਨਹੀਂ ਮਰਾਂਗਾ, ਕਿਉਂਕਿ ਅਬ ਮੋਹੇ ਮਿਲਿਓ ਹੈ ਜੀਵਨ ਹਾਰਾ। ਜਿਹੜਾ ਆਪ ਜਿਉਂਦਾ ਹੈ ਉਹਨੇ ਮੈਨੂੰ ਵੀ ਆਤਮਕ ਤੌਰ ਤੇ ਜਿਉਣ ਦਾ ਬਲ ਦੱਸ ਦਿੱਤਾ, ਮੈਥਡ ਸਮਝਾ ਦਿੱਤਾ। ਏਦਾਂ ਜਿੰਦਾ ਰਹੀਦਾ, ਏਦਾਂ ਮਰ ਜਾਈਦਾ। ਹੁਣ ਤੇਰੇ ਤੇ ਡਿਪੈਂਡ ਹੈ ਤੂੰ ਮਰਨਾ ਹੈ ਕਿ ਜਿਉਣਾ। ਆਕਸੀਜਨ ਦਾ ਸਿਲੰਡਰ ਕੋਲ ਪਿਆ, ਚੱਕ ਕੇ ਬਸ ਨੱਕ ਤੇ ਲਾਣਾ, ਲੇਟ ਜਾ, ਠੀਕ ਹੈ। ਹੁਣ ਤੂੰ ਲਾਵੇਂ ਹੀ ਨਾ ਤੇ ਕੋਈ ਕੀ ਕਰ ਸਕਦਾ? ਤੇਰੇ ਕੋਲ ਆਕਸੀਜਨ ਹੈ, ਵਾਹਿਗੁਰੂ 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 ਆਖੇਗਾ ਤੇ ਜੀਵੇਂਗਾ, ਵਸਾਰੇਗਾ ਤੇ ਮਰ ਜਾਏ। ਕਿਤਨੀ ਹੁੰਦਾ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੇ ਕੋਈ। ਮੈਂ ਨਾ ਮਰੋ, ਮਰਬੋ ਸੰਸਾਰਾ, ਕਿਉਂਕਿ ਅਬ ਮੋਹ ਮਿਲਿਓ ਹੈ ਜੀਵਨ ਹਾਰਾ। ਕਿਆ ਦੇਹੀ ਪਰਮਲ ਮਹਕੰਦਾ, ਤਾਂ ਸੁਖ ਬਿਸਰੇ ਪਰਮਾਨੰਦਾ। ਸੁਖ ਤੇ ਦੁੱਖ ਜ਼ਿੰਦਗੀ ਵਿੱਚ ਇਹ ਦੋਵੇਂ ਨੇ ਬਹੁਤ ਸਾਲ। ਦੁੱਖ ਨੂੰ ਦਾਰੂ ਤੇ ਕਿਹਾ ਪਾਣੀ, ਪਰ ਦੁੱਖ ਬੇਹਿਸਾਬ ਹੋ ਜਾਏ ਤੇ ਜ਼ਿੰਦਗੀ ਲੰਘ ਜਾਂਦੀ। ਰਹਿਮਤ ਵਿਪਤਾ ਉਹ ਵਾਲੀ ਜੋ ਥੋੜੇ ਦਿਨ ਹੋਏ। ਥੋੜੇ ਦਿਨ ਦੀ ਵਿਪਤਾ ਹੋਵੇ ਨਾ ਤੇ ਕੋਈ ਗੱਲ ਨਹੀਂ, ਵਿਪਤਾ ਲੰਬੀ ਹੋ ਜਾਏ ਤੇ ਬੜਾ। ਹਜ਼ੂਰ ਨੇ ਇੱਕ ਸਿਸਟਮ ਬਣਾਇਆ ਵੀ ਉਹ ਦੁੱਖ ਸੁੱਖ ਦੁੱਖ ਸੁੱਖ ਦੁੱਖ ਸੁੱਖ ਦਾ ਇਹ ਸਿਲਸਿਲਾ ਲੁਕੜ ਮਿੱਟੀਆਂ ਨੂੰ ਲਾਈ ਰੱਖਦਾ। ਅਸੀਂ ਡੋਲ ਜਾਂਦੇ ਹਾਂ, ਘਬਰਾ ਜਾਂਦੇ ਹਾਂ, ਊਟ ਪਟਾਕ ਵੀ ਬੋਲਦੇ ਹਾਂ। ਯਕੀਨ ਜਾਣੋ ਇਹ ਸਾਡੀ ਜ਼ਰੂਰਤ ਹੁੰਦੀ ਹੈ। ਜਦੋਂ ਸੁੱਖ ਦੀ ਜ਼ਰੂਰਤ ਹੁੰਦੀ ਹੈ ਸੁੱਖ ਦਿੰਦਾ ਹੈ, ਦੁੱਖ ਦੀ ਜ਼ਰੂਰਤ ਹੁੰਦੀ ਉਹ ਇਹ ਨਹੀਂ ਦੇਖਦਾ ਵੀ ਅਸੀਂ ਮੰਗਦੇ ਕੀ ਆ, ਉਹ ਇਹ ਦੇਖਦਾ ਇਹਦੀ ਜ਼ਰੂਰਤ ਕੀ ਹੈ। ਹੁਣ ਬੱਚਾ ਤੇ ਜਨਵਰੀ ਚ ਆਈਸਕ੍ਰੀਮ ਮੰਗਦਾ ਤੇ ਪੇਰੈਂਟਸ ਦੁਕਾਨ ਵਿੱਚ ਜਾ ਕੇ ਉਹਨੂੰ ਗਰਮ ਸ਼ੂਜ਼ ਲੈ ਕੇ ਦਿੰਦੇ ਨੇ, ਗਰਮ ਕੱਪੜੇ ਲੈ ਕੇ ਦਿੰਦੇ ਨੇ, ਸ਼ੌਕਸ ਲੈ ਕੇ ਦਿੰਦੇ ਨੇ, ਇਨਰ ਲੈ ਕੇ ਦਿੰਦੇ ਨੇ। ਉਹ ਤੇ ਆਈਸਕ੍ਰੀਮ ਵਾਲੀ ਦੁਕਾਨ ਨਾਲ ਭੱਜ ਕੇ ਜਾਂਦੇ। ਉਹ ਕਹਿੰਦੇ ਫਲੂ ਤੈਨੂੰ ਪਹਿਲਾਂ ਹੋਇਆ, ਹੋਰ ਸਮੱਸਿਆ ਕਿਹੜੀ ਕਰੇਗਾ। ਮਾਂ ਪਿਓ ਵੀ ਇਹ ਨਹੀਂ ਦੇਖਦਾ ਬੱਚਾ ਮੰਗਦਾ ਕੀ, ਉਹ ਦੇਖਦੇ ਇਹਦੀ ਰਿਕੁਆਇਰਮੈਂਟ ਕੀ ਹੈ। ਪਰਮਾਤਮਾ ਵੀ ਇਹੀ ਦੇਖਦਾ। ਕਈ ਵਾਰ ਸਾਡੀ ਮੰਗ ਹੀ ਗਲਤ ਹੁੰਦੀ ਹੈ, ਯਕੀਨ ਜਾਣੇ। ਅਸੀਂ ਰੁੱਸ ਜਾਂਦੇ ਹਾਂ ਜੀ, ਕਿਵੇਂ ਦਾ ਗੁਰੂ ਇਹ ਰੋਜ਼ ਅਰਦਾਸਾਂ ਕਰਦੇ ਗੱਲ ਹੀ ਨਹੀਂ ਮੰਨਦਾ। ਉਹ ਇਸ ਕਰਕੇ ਨਹੀਂ ਮੰਨਦਾ, ਤੈਨੂੰ ਤਕਲੀਫ ਹੋ ਜਾਏਗੀ। ਸਾਡੀ ਬੁੱਧੀ ਉੱਥੋਂ ਤੱਕ ਕੰਮ ਨਹੀਂ ਕਰਦੀ। ਮੈਂ ਵੀ ਤੁਹਾਡੇ ਵਿੱਚ ਹੀ ਆ, ਮੇਰੇ ਮਨ ਚ ਵੀ ਰੋਸ ਆ ਜਾਂਦਾ, ਮੈਂ ਵੀ ਡੋਲ ਜਾਂਦਾ ਵਾ। ਇਹ ਤੇ ਹੁਣ ਜੋਬ ਹੈ ਨਾ, ਵੀ ਜਿਸ ਤਰ੍ਹਾਂ ਦਾ ਸ਼ਬਦ ਹੈ ਉਹਦੇ ਨਾਲ ਮਿਲਦੀਆਂ ਜੁਲਦੀਆਂ ਐਗਜ਼ੈਂਪਲ ਉਦਾਹਰਨਾਂ ਉਹ ਪੜ੍ਹਨੀਆਂ ਨੇ, ਫਿਰ ਉਹਨੂੰ ਫਰੇਮ ਕਰਨਾ,
फिर वो लैके तुहाडे सामने आ गए। मैं कोई ब्रह्म ज्ञानी थोड़ा उतरा चढ़ा के जिंदगी चाहते जी मैनूं कहण कोई संकोच नहीं। कई बार मन डोल जाता, मुसीबत नूं वेख के, तकलीफ नूं वेख के, कोई काम विगड़ जाए उन्होंने वेख के कई बार अपसैट मैं भी हो जाता। पर सानू कोशिश करनी चाहिए बई ये शायद मेरे भले वास्ते। तो मैं फिर आपकी भी सुर दवा दिया, मैं ना मनो मरमो संसारा। ਹੁਣ ਕਹਿੰਦੇ ਕਿਆ ਦੇਹੀ ਪਰਮਲ ਮਹਿ ਕਰਨਾ, ਅਸੀਂ ਇਹ ਸਰੀਰ ਨੂੰ ਪਰਫਿਊਮ ਲਾਉਂਦੇ ਹਾਂ। ਹੁਣ ਜਿਹੜਾ ਪਰਫਿਊਮ ਹੈ ਨਾ, ਇਹ ਹਰ ਵਿਅਕਤੀ ਨਹੀਂ ਲਾਉਂਦਾ। ਜਦੋਂ ਅਸੀਂ ਲਿਵਿੰਗ ਸਟੈਂਡਰਡ ਦੀ ਗੱਲ ਕਰਨੇ ਆ, ਜਦੋਂ ਕਾਫੀ ਹੱਦ ਤੱਕ ਅਸੀਂ ਫਾਈਨੈਂਸ਼ਲੀ ਸਾਊਂਡ ਹੋ ਜਾਂਦੇ ਆ, ਉਦੋਂ ਇਸ ਤਰ੍ਹਾਂ ਦੀਆਂ ਚੀਜ਼ਾਂ ਸੋਚਦੀਆਂ। ਇਹਦਾ ਮਤਲਬ ਬੰਦਾ ਫਾਈਨੈਂਸ਼ਲੀ ਸਾਊਂਡ ਹੈ। ਤੇ ਜਦੋਂ ਅਸੀਂ ਫਾਈਨੈਂਸ਼ਲੀ ਬਹੁਤ ਸਾਊਂਡ ਹੋ ਜਾਂਦੇ ਆ, ਉਦੋਂ ਅਕਸਰ ਸਾਨੂੰ ਪਰਮਾਤਮਾ ਇਹ ਵੀ ਮਰਜ਼ ਕਰਦੇ। ਸਾਰਿਆਂ ਨੂੰ ਨਹੀਂ, ਪਰ ਬਹੁਤਾਤ ਲੋਕਾਂ ਨੂੰ ਜਿੱਥੇ ਧਨ ਦੀ ਬਹੁਲਤਾ ਹੈ, ਰਿਜ਼ਕ ਦੀ ਬਹੁਲਤਾ ਹੈ, ਕਾਰੋਬਾਰ ਬੇਹਿਸਾਬ ਫੈਲ ਗਿਆ, ਫਿਰ ਉਹ ਕਹੇ ਗੱਜ ਪਰਿਓ ਕੁਟੰਬ ਕਹਿ ਕਾਂਠੇ ਰਹਿ ਗਿਓ ਰਾਮ, ਆਏ ਪਰੇ ਧਰਮ ਰਾਏ ਕੇ ਪੀਛੇ ਤੂੰ ਮਾਤਾ। ਪਤਾ ਹੀ ਨਹੀਂ ਲੱਗਦਾ ਕਦੋਂ ਬੰਦਾ ਉਸ ਅੰਤਮ ਸਮਾਂ ਆ ਜਾਂਦਾ ਹੈ। ਜ਼ਿੰਦਗੀ ਬੜੀ ਛੇਤੀ ਛੇਤੀ ਸੁੱਖ ਦੇ ਵਿੱਚ ਲੰਘਦੀ ਹੈ, ਦੁੱਖ ਵਿੱਚ ਥੋੜੀ ਜਿਹੀ ਔਖੀ ਲੱਗਦੀ। ਇਹਨੂੰ ਹਿੰਦੂ ਕਹਿੰਦੇ ਨੇ ਦੁੱਖ ਦਾਰੂ ਸੁੱਖ ਰੋਗ ਵਇਆ ਜਾਂ ਸੁੱਖ ਤਾਮਨਾ। ਬਹੁਤ ਜ਼ਿਆਦਾ ਸੁੱਖ ਹੋਵੇ ਤੇ ਤਕਲੀਫ ਦਿੰਦਾ ਹੈ। ਯਹੂਦੀਆਂ ਦੇ ਪੈਗੰਬਰ ਹੋਏ ਨੇ ਮੂਸਾ। ਇੱਕ ਛੋਟੀ ਜਿਹੀ ਸਕਿੱਟ ਹੈ, ਗੱਲ ਸਮਝਣ ਵਿੱਚ ਬਹੁਤ ਜ਼ਿਆਦਾ ਸਹਾਇਤਾ ਕਰੇਗੀ। ਦੁੱਖ ਤੇ ਸੁੱਖ ਦੀ ਗੱਲ ਹੈ। ਇੱਕ ਨੌਜਵਾਨ ਹਜ਼ਰਤ ਮੂਸਾ ਕੋਲ ਆਇਆ ਤੇ ਕਹਿਣ ਲੱਗਾ, ਹਜ਼ਰਤ ਜਦੋਂ ਤੁਸੀਂ ਖੁਦਾ ਦੇ ਸੰਬੰਧ ਵਿੱਚ ਗੱਲਾਂ ਕਰਦੇ ਹੋ ਤੇ ਬੜਾ ਚੰਗਾ ਲੱਗਦਾ। ਤੁਸੀਂ ਇਹ ਵੀ ਕਹਿੰਦੇ ਹੋ ਵੀ ਖੁਦਾ ਕੋਲ ਕਿਸੇ ਚੀਜ਼ ਦੀ ਕਮੀ ਨਹੀਂ। ਤੁਸੀਂ ਇਹ ਵੀ ਕਹਿੰਦੇ ਹੋ ਵੀ ਖੁਦਾ ਆਪਣੀ ਉਮਤ ਦੇ ਉੱਤੇ ਸਭ ਕੁਝ ਲੁਟਾਉਂਦਾ ਹੈ। ਕਹਿ ਲਗੇ ਮੈਂ ਬਿਲਕੁਲ ਕਹਿਣਾ। ਉਹ ਕਹਿ ਲਗੇ ਫਿਰ ਇਹ ਦੱਸੋ ਵੀ ਜਦੋਂ ਖੁਦਾ ਕੋਲ ਸਭ ਕੁਝ ਵੱਧ ਹੋਵੇ, ਖੁਦਾ ਸੁੱਖ ਹੀ ਦਵੇ, ਦੁੱਖ ਕਿਉਂ ਦੇਦਾ? ਹਜ਼ਰਤ ਮੂਸਾ ਚੁੱਪ ਕਰ ਗਏ। ਕਹਿ ਲਗੇ ਹਜ਼ਰਤ ਮੈਂ ਤੁਹਾਨੂੰ ਕੋਈ ਸਵਾਲ ਪੁੱਛਿਆ ਤੇ ਉਹ ਮੁਸਕਰਾ ਪਏ, ਜਵਾਬ ਨਹੀਂ ਦਿੱਤਾ। ਕਹਿਣ ਲੱਗਾ ਮੈਂ ਸਮਝ ਗਿਆ, ਮੇਰੇ ਸਵਾਲ ਦਾ ਤੁਹਾਡੇ ਕੋਲ ਜਵਾਬ ਨਹੀਂ ਨਾ? ਉਹ ਕਹਿਣ ਲੱਗੇ ਨਹੀਂ ਬੇਟਾ, ਜਵਾਬ ਮੇਰੇ ਕੋਲ ਹੈ, ਪਰ ਤੇਰਾ ਸਵਾਲ ਇਸ ਤਰ੍ਹਾਂ ਦਾ, ਇਹਦਾ ਮੌਖਿਕ ਜਵਾਬ ਨਾਲ ਗੱਲ ਨਹੀਂ ਬਣਦੀ। ਇਹ ਮੈਨੂੰ ਪ੍ਰੈਕਟੀਕਲ ਇਹਦਾ ਜਵਾਬ ਦੇਣਾ ਪਏਗਾ। ਅੱਜ ਤੁਸੀਂ ਕੋਈ ਸਵਾਲ ਕਰੋ, ਕੋਈ ਜਵਾਬ ਨਾ ਦੇਣਾ, ਤੁਸੀਂ ਆਖੋਗੇ ਵੀ ਨਹੀਂ ਕਾਬਲ ਨਹੀਂ। ਕਦੀ ਕਦੀ ਸਵਾਲ ਹੀ ਲਾਓ, ਕਦੀ ਕਦੀ ਤੁਸੀਂ ਉਹਦਾ ਉੱਤਰ ਲੈਣ ਦੀ ਅਵਸਥਾ ਵਿੱਚ ਨਹੀਂ ਹੁੰਦੇ, ਤੁਹਾਡੀ ਬਾਡੀ ਲੈਂਗੁਏਜ ਟੱਚ ਨਹੀਂ ਵੀ ਨਹੀਂ ਗੱਲ ਬਣੀ। ਉਹ ਸਮਾਂ ਆਵੇਗਾ, ਇਹ ਸ਼ਾਂਤ ਹੋਵੇਗਾ, ਇਹ ਸਹਿਜ ਹੋਵੇਗਾ, ਫਿਰ ਇਹ ਗੱਲ ਸਿਖਾਈ ਜਾ ਸਕਦੀ। ਅਸੀਂ ਕਾਲੇ ਪੈ ਜਾਂਦੇ, ਇਹਨੂੰ ਤਾਂ ਪਤਾ ਹੀ ਕੋਈ ਨਹੀਂਗਾ, ਇਹ ਐਕਸਪਲੇਨ ਨਹੀਂ ਕਰ ਸਕਦਾ, ਖਿਮਾ ਕਰਨਾ ਐਕਸਪਲੇਨੇਸ਼ਨ ਨਹੀਂ ਕਰ ਸਕਦਾ। ਇੱਕ ਦਿਨ ਦੀ ਗੱਲ ਹੈ ਵੀ ਪੈਦਲ ਸਫ਼ਰ ਕਰਦੇ ਆ ਹਜ਼ਰਤ ਮੂਸੇ ਦੇ ਨਾਲ ਉਹ ਨੌਜਵਾਨ ਔਰ ਬੇੜੀ ਉੱਥੇ ਖੜੀ ਹੋਈ, ਦੋਵੇਂ ਬੇੜੀ ਤੇ ਸਵਾਰ ਹੋ ਗਏ। ਹਜ਼ਰਤ ਕਹਿਣ ਲੱਗੇ ਨੌਜਵਾਨ ਚੱਪੂ ਮੈਂ ਲਗਾਵਾਂ। ਮਹਾਰਾਜ ਮੇਰੇ ਹੁੰਦਿਆਂ ਤੁਸੀਂ ਚੱਪੂ ਲਗਾਓ। ਨਹੀਂ ਚੱਪੂ ਮੈਂ ਲਗਾਵਾਂਗਾ। ਔਰ ਇੱਕ ਗੱਲ, ਜਦੋਂ ਤੱਕ ਕਿਨਾਰੇ ਤੇ ਨਾ ਜਾਈਏ ਤੂੰ ਬੋਲਣਾ ਨਹੀਂ, ਸਿਰਫ ਦੇਖਦੇ ਰਹਿਣਾ। ਠੀਕ ਵਿਚਕਾਰ ਜਾ ਕੇ ਹਜ਼ਰਤ ਮੂਸਾ ਨੇ ਇੱਕ ਚੱਪੂ ਰੱਖ ਦਿੱਤਾ, ਇੱਕ ਚੱਪੂ ਲਗਾਉਣਾ ਸ਼ੁਰੂ ਕਰ। ਹੁਣ ਤੁਸੀਂ ਪਾਣੀ ਵਿੱਚ ਇੱਕ ਚੱਪੂ ਲਗਾਓਗੇ ਤੇ ਕਸ਼ਤੀ ਗੋਲ ਸਰਕਲ ਬਣਾ ਲਏਗੀ। ਦੋਵੇਂ ਲਾਓਗੇ ਤੇ ਸਿੱਧੀ ਜਾਏ। ਇੱਕ ਸਰਕਲ, ਦੂਸਰਾ ਚੱਕਰ, ਤੀਸਰਾ ਚੱਕਰ, ਪੰਜਵਾਂ ਚੱਕਰ। ਬੋਲਣ ਲੱਗੇ ਤੇ ਉਹ ਏਦਾਂ ਕਰ ਦੇਣ, ਬਿਨਾਂ ਬੋਲਣਾ ਨਹੀਂ। ਆਖਰ ਤੇ ਸਬਰ ਦਾ ਪਿਆਲਾ ਛਲਕ ਗਿਆ। ਹਜ਼ਰਤ ਕੀ ਕਰ ਰਹੇ ਹੋ? ਛਿੱਠਾ ਪੈ ਕੇ ਹਜ਼ਰਤ ਕੀ ਕਰ ਰਹੇ ਹੋ? ਕਹਿ ਲੱਗੇ ਤੇਰੇ ਸਵਾਲ ਦਾ ਜਵਾਬ ਦੇ ਦਿਆ। ਇੱਕ ਚੱਪੂ ਹੈ ਤੇ ਕਿਨਾਰੇ ਤੇ ਨਹੀਂ ਹੈ, ਦੋਵੇਂ ਚੱਪੂ ਹੋਣ ਤੇ ਕਿਨਾਰੇ ਨੂੰ ਚੁੱਪੇ। ਇੱਕ ਚੱਪੂ ਭਾਵੇਂ ਦੁੱਖ ਦਾ ਹੋਵੇ ਉਹ ਵੀ ਜ਼ਿੰਦਗੀ ਬਰਬਾਦ ਕਰ ਦਿੰਦਾ, ਇੱਕ ਚੱਪੂ ਭਾਵੇਂ ਸੁੱਖ ਦਾ ਚੱਪੂ ਸੁੱਖ ਦਾ ਹੋਵੇ ਗੱਲ ਤਾਂ ਵੀ ਨਹੀਂ ਬਣਦੀ। ਚੱਪੂ ਦੋਵੇਂ ਹੋਣੇ ਚਾਹੀਦੇ ਨੇ, ਕਸ਼ਤੀ ਕਿਨਾਰੇ ਤੇ ਤਾਂ ਲੱਗੇ। ਸਾਡੀ ਰਿਕੁਆਇਰਮੈਂਟ ਕਦੀ ਦੁੱਖ ਦੀ ਹੁੰਦੀ ਹੈ, ਕਦੀ ਸੁੱਖ ਦੀ ਹੁੰਦੀ ਹੈ, ਕਦੀ ਮਾਣ ਦੀ ਹੁੰਦੀ ਹੈ, ਕਦੀ ਅਪਮਾਨ ਦੀ ਹੁੰਦੀ ਹੈ, ਕਦੀ ਹਰਖ ਦੀ ਹੁੰਦੀ ਹੈ, ਕਦੀ ਸ਼ੋਕ ਦੀ ਹੁੰਦੀ ਹੈ। ਬਜ਼ੁਰਗਾਂ ਨੇ ਆਮ ਤੌਰ ਤੇ ਕਿਸੇ ਨੇ ਖੜਖੜਾ ਕੇ ਹੱਸਣਾ, ਹੱਸੀ ਜਾਣਾ ਤੇ ਕਹਿਣਾ ਚੁੱਪ ਕਰ, ਬਹੁਤਾ ਨਹੀਂ ਹੱਸੀ ਦਾ, ਨਹੀਂ ਤੇ ਫਿਰ ਰੋਣਾ ਵੀ ਪੈਂਦਾ ਹੀ, ਨਹੀਂ ਤੇ ਫਿਰ ਰੋਣਾ ਵੀ ਪੈਂਦਾ। ਉਹਨਾਂ ਗੱਲਾਂ 'ਚ ਕੋਈ ਬੋਝ ਪਾ ਐਵੇਂ ਨਹੀਂ ਸਮਝਦੇ।
या ਦੇਹੀ ਪਰਮਲ ਮਹਕੰਦਾ ਤਾਂ ਸੁਖ ਵਿਸਰੇ ਪਰਮਾਨੰਦਾ। ਇਸ ਤਰ੍ਹਾਂ ਦੇ ਸੁੱਖਾਂ ਵਿੱਚ ਪਰਮ ਆਨੰਦ ਭੁੱਲ ਜਾਂਦਾ ਹੈ। ਕੂਟਾ ਏਕ ਪੰਚ ਪਨਹਾਰੀ ਟੂਟੀ ਲਾਜ ਭਰੀ ਮਤ ਹਾਰੀ। ਇਹ ਸਾਡਾ ਸਰੀਰ ਮਾਨੋ ਖੂਹ ਹੈ ਤੇ ਇਹਦੇ ਵਿੱਚ ਮੋਹ ਰੂਪੀ ਪਾਣੀ ਹੈ। ਜਿਵੇਂ ਖੂਹ ਚ ਪਾਣੀ ਹੁੰਦਾ ਨਾ, ਸਾਡੇ ਸਰੀਰ ਚ ਮਾਨੋ ਮੋਹ ਰੂਪੀ ਪਾਣੀ ਹੈ। ਹੁਣ ਖੂਹਾਂ ਦੇ ਉੱਤੇ ਕੀ ਹੁੰਦਾ ਆਮ ਤੌਰ ਤੇ, ਉਹਨਾਂ ਨੇ ਚਰਖੜੀਆਂ ਲਾਈਆਂ ਹੁੰਦੀਆਂ, ਅੱਜ ਕਰਕੇ ਉਹਦੇ ਵਿੱਚ ਗੋਲ ਪਈਆ ਜਿਹੜਾ ਜਿਹਦੇ ਉੱਤੇ ਲੱਗ ਨੂੰ ਘੁਮਾ ਕੇ ਥੱਲੇ ਉੱਤੇ ਰੋਕ ਪਾਣੀ ਖਿੱਚਦੇ ਨੇ। ਸਾਡਾ ਜਿਹੜਾ ਸਰੀਰ ਰੂਪੀ ਖੂਹੀ ਹੈ ਨਾ, ਇਹਦੇ ਵਿੱਚ ਮੋਹ ਦਾ ਪਾਣੀ ਹੈ ਤੇ 5 ਗਿਆਨ ਇੰਦਰੇ ਉਹ ਲੱਜ ਨਾਲ ਪਾਣੀ ਖਿੱਚਣ ਵਾਲੀਆਂ ਚਰਖੀਆਂ। 5 ਕਰਮ ਇੰਦਰੇ ਨੇ, 5 ਗਿਆਨ ਇੰਦਰੇ। ਕਈ ਇੰਦਰੇ 2 in 1 ਦਾ ਕੰਮ ਨਹੀਂ ਕਰਦੇ, ਉਹ ਕਰਮ ਇੰਦਰੇ ਵੀ ਹੋ ਜਾਂਦੇ ਨੇ, ਗਿਆਨ ਇੰਦਰੇ ਵੀ ਹੋ ਜਾਂਦੇ। ਗਿਆਨ ਇੰਦਰੇ ਉਹਨੂੰ ਕਹਿੰਦੇ ਜਿਹਦੇ ਨਾਲ ਗਿਆਨ ਹਾਸਲ ਹੋਵੇ। ਜਿਵੇਂ ਨੱਕ ਨੇ ਸੁੰਘ ਕੇ ਰਿਪੋਰਟ ਦਿੱਤੀ ਦਿਮਾਗ ਨੂੰ ਵੀ ਇਸ ਬੰਦੇ ਨੇ ਬੜਾ ਵਧੀਆ ਪਰਫਿਊਮ ਲਾਇਆ, ਉਹਨੂੰ ਸੁੰਘ ਕੇ ਨੱਕ ਨੇ ਰਿਪੋਰਟ ਦਿੱਤੀ, ਉਹਨੂੰ ਗਿਆਨ ਹੈ ਨਾ, ਉਹਨੂੰ ਗਿਆਨ ਇੰਦਰਾ ਕਹਿੰਦੇ। ਹੱਥ ਜਿਹੜੇ ਨੇ ਇਹ ਕਰਮ ਕਰਦੇ ਨੇ, ਇਹ ਕਰਮ ਇੰਦਰਾ ਨੇ। ਮੈਂ ਸਮਝਣ ਵਾਸਤੇ ਅਰਥ ਕੀਤੀ ਕਰਮ ਇੰਦਰਾ ਗਿਆਨ ਇੰਦਰਾ। ਦੇਖੋ ਤੁਸੀਂ ਇਨਸਾਈਕਲੋਪੀਡੀਆ ਆਫ ਸਿੱਖਿਜ਼ਮ, ਜਿਹੜਾ ਹਰ ਸਿੱਖ ਦੇ ਘਰ ਹੋਣਾ ਚਾਹੀਦਾ। ਅਸੀਂ ਜ਼ਿਆਦਾ ਵਹਿਮ ਕਰਨੇ ਉੱਪਰ ਤੇ ਲਿਆਉਣਾ ਕੋਈ ਨਹੀਂ, ਜੇ ਲਿਆਉਣਾ ਹੈ ਤੇ ਉਹਨੂੰ ਰੱਖਣਾ ਝੂਠੇ ਹੱਥ ਨਾਲ। ਮੇਰੀ ਆਈਡੀਓਲੋਜੀ ਇਹ ਹੈ ਵੀ ਉਹਨੂੰ ਪੜ੍ਹਨਾ ਜ਼ਰੂਰ ਚਾਹੀਦਾ, ਝੂਠੇ ਹੱਥ ਪਾਵੇ ਲੱਗ ਜਾ। ਝੂਠੇ ਹੱਥ ਲਾਣਾ ਜਿਹੜਾ ਗੁਨਾਹ ਹੈ, ਉਹਦੇ ਨਾਲੋਂ ਵੱਡਾ ਗੁਨਾਹ ਉਹਨੂੰ ਪੜ੍ਹਨਾ ਹੀ ਨਹੀਂ। ਅੱਬਲ ਤੇ ਕੋਈ ਧਾਰਮਿਕ ਕਿਤਾਬ ਕੋਈ ਪੋਥੀ ਅਸੀਂ ਘਰ ਲਿਜਾਂਦੇ ਹੀ ਨਹੀਂ। ਜੇ ਲਿਜਾਈਏ ਤੇ ਇਹ ਇੰਨਾ ਕੁ ਸਾਨੂੰ ਡਰਾ ਦਿੱਤਾ ਗਿਆ ਹੈ ਵੀ ਉਹਨੂੰ ਹੱਥ ਲਾਉਣ ਤੋਂ ਵੀ ਅਸੀਂ ਡਰਦੇ। ਤੋ ਗਲਤ ਇਹ ਤਿਆਰੀ ਕੀਤੀ ਗਈ। ਸੰਪਰਦਾਈ ਲੋਕਾਂ ਨੇ ਇਸ ਤਰ੍ਹਾਂ ਦੀ ਜਿਹੜੀ ਸਾਨੂੰ ਪ੍ਰਪੇਅਰ ਕੀਤਾ, ਉਹਦੇ ਕਰਕੇ ਲਿਟਰੇਚਰ, ਧਾਰਮਿਕ ਲਿਟਰੇਚਰ ਪੜ੍ਹਨ ਦੀ ਪ੍ਰਵਿਰਤੀ ਕਰੀਬ ਖਤਮ ਹੋ ਗਈ। ਤੋ ਉਹਨੂੰ ਰੱਖਣਾ ਚਾਹੀਦਾ ਉੱਤੇ। ਤੇ ਉਹ ਗੁਰੂ ਗ੍ਰੰਥ ਸਾਹਿਬ ਥੋੜਾ ਇਨਸਾਈਕਲੋਪੀਡੀਆ ਹੈ, ਡਿਕਸ਼ਨਰੀ ਹੈ, ਉਹਨੂੰ ਤੁਸੀਂ ਪੜ੍ਹੋ। ਔਰ ਉਹ ਤੁਸੀਂ ਪੜ੍ਹੋਗੇ ਤੇ ਤੁਸੀਂ ਆਖੋਗੇ ਵੀ ਜਿਹੜੀ ਅਸਲ ਸੀ ਉਹਨੂੰ ਤੇ ਅੱਜ ਤੱਕ ਹੱਥ ਹੀ ਨਹੀਂ ਲਾਇਆ। ਸਾਗਰ ਤੋਂ ਵੀ ਜ਼ਿਆਦਾ ਸਮਾਨ, ਇੰਨਾ ਸਮਾਨ। ਤੋ ਜ਼ਰੂਰ ਜਿਹੜੇ ਵੀਰ ਥੋੜਾ ਸਾਹਿਤ ਵਿੱਚ ਦਿਲਚਸਪੀ ਰੱਖਦੇ ਨੇ, ਉਹ ਇਸ ਤਰ੍ਹਾਂ ਦਾ ਸਾਹਿਤ ਜ਼ਰੂਰ ਪੜ੍ਹਿਆ ਕਰੋ, ਭਾਵੇਂ 5, 10, 15 ਮਿੰਟ ਹੀ ਪੜ੍ਹ ਲਿਆ। ਹੁਣ ਉਹ ਪਾਣੀ ਭਰਦੇ ਨੇ ਉਹਦੇ ਵਿੱਚ। ਮਹਾਰਾਜ ਕਹਿੰਦੇ ਵੀ ਸਾਡੀ ਹਾਲਤ ਇਹ ਹੈ ਵੀ ਇੱਕ ਸਰੀਰ ਰੂਪੀ ਖੂਹ ਹੈ, ਕੂਟਾ ਏਕ ਪੰਚ ਪਨਿਹਾਰੀ। ਗਿਆਨ ਇੰਦਰੇ ਉਹਦੇ ਤੇ ਚਰਖੜੀ ਦਾ ਕੰਮ ਕਰ ਰਹੇ ਨੇ। ਇਹ 5 ਗਿਆਨ ਇੰਦਰੇ ਪਾਣੀ ਹਾਰੀ, ਪਾਣੀ ਭਰਨ ਦਾ ਕੰਮ ਕਰ ਰਹੇ। ਪਰ ਵਿਡੰਬਣਾ ਕੀ ਹੈ? ਟੂਟੀ ਲਾਜ, ਲੱਜ ਹੁੰਦੀ ਨਾ, ਲੱਜ, ਰੱਸੀ ਨੂੰ ਲੱਜ ਕਹਿੰਦੇ, ਉੱਥੇ ਲੱਜ ਹੈ ਹੀ ਕੋਈ ਨਾ, ਤੇ ਭਰੋਗੇ ਕਾਹਦੇ ਨਾਲ? ਭਰੀ ਮੱਤ ਹਾਰੀ, ਮਾਰੀ ਹੋਈ ਮੱਤ ਵਾਲੇ ਨੇ ਬਿਨਾਂ ਲੱਜ ਤੋਂ ਪਾਣੀ ਭਰਨ ਦੀ ਸੋਚ ਰਹੇ। ਭਾਵ ਜਿਹੜੇ ਗਿਆਨ ਇੰਦਰੇ, ਕਰਮ ਇੰਦਰੇ ਨੇ, ਇਹ ਦੇਹ ਅਭਿਆਸ ਵਿੱਚ ਪੈ ਕੇ ਜਿਹੜੇ ਵਿਸ਼ੇ ਵਿਕਾਰਾਂ ਵੱਲ ਧਿਆਨ ਲੈ ਕੇ ਜਾਂਦੇ ਨੇ, ਉਹਦੇ ਵਿੱਚੋਂ ਨਿਕਲਦਾ ਕੁਛ ਵੀ ਨਹੀਂ। ਖਾਮ ਖਾਈ ਉਧਰ ਇਹਨੂੰ ਤਰੀਕੀ ਫਿਰਦੇ, ਨਿਕਲਦਾ ਉਹਦੇ ਚੋਂ ਕੁਛ ਵੀ ਨਹੀਂਗਾ। ਭਾਵ ਕੋਈ ਉਹਦਾ ਆਊਟਪੁੱਟ ਨਹੀਂ, ਕੋਈ ਉਹਦਾ ਲਾਭ ਨਹੀਂਗਾ। ਖਾਮ ਖਾ ਵਕਤ ਤੇ એનર્ਜੀ ਜਾਇਆ ਸਾਡੀ ਕਰਵਾਉਂਦੇ ਇਹ ਗਿਆਨ ਇੰਦਰੇ। ਕੋਈ ਖੂਬ ਸ਼ਕਲ ਇਸਤਰੀ ਹੈ, ਉਹਨੂੰ ਵੇਖਣਾ, એનર્ਜੀ ਵੇਸਟ ਕਰਨੀ, ਮਨ ਵਿੱਚ ਭੈੜੇ ਖਿਆਲ ਲਿਆਉਣੇ, ਵਕਤ ਜ਼ਾਇਆ ਕਰਨਾ। ਪ੍ਰਾਪਤ ਕੀ ਹੋਇਆ ਜੀ? ਮੈਨੂੰ ਖਿਮਾ ਕਰਨਾ, ਉਹ ਪ੍ਰਾਪਤ ਹੋ ਗਈ ਹੈ। ਕਿਸੇ ਦੀ ਬਹੁਤ ਸੋਹਣੀ ਆਲੀ ਸ਼ਾਨ ਬੰਗਲਾ ਵੇਖ ਕੇ ਮਨ ਵਿੱਚ ਮਹਿਲ ਲੈ ਆਉਣੀ, ਕੀ ਉਹਦੀ ਰਜਿਸਟ੍ਰੇਸ਼ਨ ਸਾਡੇ ਨਾਂ ਤੇ ਹੋ ਜਾਏਗੀ? ਜਿਹਦਾ ਹੈ ਉਹਦਾ ਹੀ ਰਹਿਣਾ। ਸੁਰਤ ਉਸ ਪਾਸੇ ਲਿਜਾ ਜਿਹਦੀ ਕੋਈ ਆਊਟਪੁੱਟ ਹੋਵੇ। ਖੈਰ, ਟੂਟੀ ਲਾਜ ਭਰੈ ਮਤ ਹਾਰੀ, ਇਹ ਮਾਰੀ ਹੋਈ ਮੱਤ ਦੀਆਂ ਨਿਸ਼ਾਨੀਆਂ ਨੇ। ਜੇ ਮੱਤ ਕੰਮ ਕਰਦੀ ਤੇ ਫਿਰ ਮਨੁੱਖ ਦੇ ਭੈੜੇ ਫੁਰਨਿਆਂ ਵੱਲ ਧਿਆਨ ਨਹੀਂ ਸੀ ਜਾਣਾ। ਹੁਣ ਭੈੜੇ ਫੁਰਨਿਆਂ ਨੂੰ ਧਿਆਨ ਨੂੰ ਰੋਕਣ ਦਾ ਤਰੀਕਾ ਇੱਕ ਇਹ ਵੀ ਰੋਜ਼ ਸੰਗਤ ਵਿੱਚ ਆਵੇ। ਜੇ ਆਉਂਦੇ ਵੀ ਨੇ ਤੇ ਫਰਕ ਪੈ ਜਾਏਗਾ, ਕਿਉਂਕਿ ਊਤਮ ਸੰਗਤ ਊਤਮ ਹੋਵੇ, ਗੁਣ ਕੋ ਧਾਵੇ ਅਵਗਤ ਹੋਵੇ। ਜਦੋਂ ਅਸੀਂ ਰੋਜ਼ ਗੁਰਬਾਣੀ ਦੀਆਂ ਵਿਚਾਰਾਂ ਸੁਣਨੇ, ਸਾਡੇ ਤੇ ਅਸਰ ਹੁੰਦਾ। ਹੁਣ ਇਹ ਨਿਸ਼ਚਿਤ ਅਸਰ ਹੁੰਦਾ। ਤੁਸੀਂ ਵੇਖੋ, ਕੋਈ ਬੰਦਾ ਆਪਣੀ ਮੋਟਰ ਚਲਾਉਂਦਾ
ਹਿਮਾਲਿਆ ਪਰਬਤ ਦੇ ਉੱਤੇ ਪਹੁੰਚ ਜਾਏ, ਜਿੱਥੇ ਸਨੋ ਪਈ ਹੈ, ਉੱਥੇ ਮੋਟਰ ਦੀ ਕਾਰ ਦੀ ਵਿੰਡੋ ਖੋਲ ਕੇ ਬਾਹਰ ਨਿਕਲ ਕੇ ਖੜਾ ਹੋ ਜਾਏ, ਬਰਫ਼ ਦੇ ਤੋਦੇ ਤੇ ਗਲੇਸ਼ੀਅਰ ਤੇ ਖੜਾ ਹੋ ਜਾਏ ਤੇ ਕਵੇ ਵੀ ਇਹ ਗਲੇਸ਼ੀਅਰ ਮੈਂ ਆ ਤੇ ਗਿਆ ਪਰ ਮੈਂ ਤੇਰੀ ਠੰਡ ਨਹੀਂ ਲੈਣੀ, ਤੇ ਗਲੇਸ਼ੀਅਰ ਕਹੇਗਾ ਵੀ ਨਹੀਂ ਮਿੱਤਰਾ ਹੁਣ ਇਦਾਂ ਨਹੀਂ ਹੋ ਸਕਦਾ, ਹੁਣ ਤੂੰ ਆ ਗਿਆ ਹੈ ਤੇ ਤੈਨੂੰ ਮੇਰੀ ਠੰਡ ਮਹਿਸੂਸ ਕਰਨੀ ਪਵੇਗੀ। ਹੁਣ ਇਹ ਨਹੀਂ ਹੋ ਸਕਦਾ ਵੀ ਗਲੇਸ਼ੀਅਰ ਦੇ ਉੱਤੇ ਖੜ ਕੇ ਤੇ ਅਸੀਂ ਕਹੀਏ ਵੀ ਅਸੀਂ ਠੰਡ ਨਹੀਂ ਮਹਿਸੂਸ ਕਰਦੇ। ਫੁੱਲਾਂ ਦੀ ਬਗੀਚੀ ਵਿੱਚ ਕੋਈ ਮਨੁੱਖ ਚਲਾ ਜਾਏ ਕਵੇ ਮੈਂ ਫੁੱਲਾਂ ਦੀ ਸੁਗੰਧੀ ਨਹੀਂ ਗ੍ਰਹਿਣ ਕਰਨੀ, ਕਿਵੇਂ ਹੋ ਸਕਦਾ ਹੈ? ਕਰਨੀ ਪਵੇਗੀ ਨਾ। ਔਰ ਸਾਧ ਸੰਗਤ, ਮਿਊਨਿਸਪਲ ਕਾਰਪੋਰੇਸ਼ਨ ਦਾ ਉਹ ਜਗ੍ਹਾ ਜਿੱਥੇ ਲੋਕੀ ਕੂੜਾ ਡੰਪ ਕਰਦੇ ਨੇ, ਉੱਥੇ ਜਾ ਕੇ ਕਵੇ ਮੈਂ ਦੁਰਗੰਧੀ ਨਹੀਂ ਗ੍ਰਹਿਣ ਕਰਨੀ, ਕਿੱਦਾਂ ਨਹੀਂ ਕਰੇਗਾ ਭਾਈ? ਸੰਗਤ ਵਿੱਚ ਜਾ ਕੇ ਸ਼ੁਭ ਗੁਣ ਤੇ ਕੁਸੰਗਤ ਵਿੱਚ ਜਾ ਕੇ ਔਗਣ। ਉਹ ਭਾਈ ਤੂੰ ਉੱਥੇ ਬੈਠਣਾ ਹੈ, ਉਹ ਤਾਸ਼ ਖੇਡਦੇ ਨੇ, ਜੂਆ ਖੇਡਦੇ ਨੇ, ਗਾਲਾਂ ਕੱਢਦੇ ਨੇ, ਉਹਨੇ ਜੀ ਉਹ ਖੇਡਦੇ ਨੇ, ਮੈਂ ਥੋੜਾ ਖੇਡਦਾ। ਉਹ ਭਾਈ ਤੂੰ ਨਹੀਂ ਖੇਡਦਾ ਪਰ ਤੇਰੇ ਤੇ ਅਸਰ ਹੋਵੇਗਾ। ਸੰਗਤ ਵਿੱਚ ਚੰਗੀਆਂ ਰੂਹਾਂ ਬੈਠੀਆਂ ਨੇ, ਤੂੰ ਆਵੇਂਗਾ ਤੇ ਬਹੁਤਾ ਨਹੀਂ ਤੇ ਥੋੜਾ ਤੇਰੇ ਤੇ ਅਸਰ ਨਿਸ਼ਚਿਤ ਹੋਵੇਗਾ, ਗਰੰਟੀ। ਇਸ ਕਰਕੇ ਇਹਨਾਂ ਫੁਰਨਿਆਂ ਤੇ ਕਾਬੂ ਪਾਉਣ ਦਾ ਇਹ ਵੀ ਤਰੀਕਾ ਹੈ ਵੀ ਅਸੀਂ ਸਤ ਸੰਗਤ ਵਿੱਚ ਜੁੜੀਏ, ਔਰ ਸਤ ਸੰਗਤ ਵੀ ਐਸੀ ਜਿੱਥੇ ਸਤ ਸੰਗਤ ਦਾ ਮਾਹੌਲ ਹੋਵੇ, ਸਿਰਫ ਨਾਮ ਤਰੀਕ ਸਤ ਸੰਗਤ ਨਾ ਹੋਵੇ। ਹੁਣ ਗੁਰਦੁਆਰੇ ਤਾਂ ਅਸੀਂ ਬੜੇ ਬਣਾਏ ਨੇ, ਨਾ ਉੱਥੇ ਕੋਈ ਢੰਗ ਨਾਲ ਕੀਰਤਨ ਦਾ ਪ੍ਰਬੰਧ, ਨਾ ਕੋਈ ਕਥਾ ਦਾ ਪ੍ਰਬੰਧ, ਕੋਈ ਗੁਜ਼ਰ ਗਿਆ ਤੇ ਭੋਗ ਪਾਲੋ, ਤੇ ਕੋਈ ਨੇੜੇ ਪੈਲੇਸ ਤੇ ਵਿਆਹ ਕਰਨਾ ਤੇ ਬੱਚੀ ਬੱਚਾ ਤੇ ਉੱਥੇ ਟੁਰ ਜਨ ਵਿਆਹ ਹੋ ਜਾਏ ਤੇ ਉਦੋਂ ਮਗਰੋਂ ਜਿਹੜਾ ਹੈ ਉਹ ਦਰਵਾਜ਼ੇ ਬੰਦ ਹੋ ਜਾਣ। ਫਿਰ ਸਤ ਸੰਗਤ ਕਾਹਦੀ ਹੋਈ? ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਏਕੋ ਨਾਮ ਬਖਾਣੀ ਹੈ, ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏਗੀ। ਸੰਗਤ ਦੀ ਵੀ ਪਰਿਭਾਸ਼ਾ, ਗੁਰੂਦੁਆਰੇ ਹੋਏ ਸੋਝੀ ਪਾਏ ਸੀ, ਏਕ ਦੁਆਰੇ ਧੋਏ ਹੱਛਾ ਹੋਏ ਸੀ, ਮੈਲੇ ਹੱਛੇ ਕਾ ਵਿਚਾਰ ਆਪ ਵਰਤਾਏ ਸੀ, ਮਤ ਕੋ ਜਾਣੇ ਜਾਏ ਅੱਗੇ ਪਾਏ ਸੀ। तो टूटी लाज, लज टुट गई, लज है ही नहीं। जे लज ना होवे ते पानी नहीं ना निकलता। इस तरह जेड़ा तू काम कर रहा उहदे चों निकल कुछ भी नहीं रहा, प्राप्त कुछ भी नहीं हो रहा। ये सेंस ये है। पर है मत मारी मत वाला इन्हां भैड़े फुरनियां विच पिया, प्राप्त कुछ भी नहीं हो रहा। अखीर कहते कहो कबीर एक बुद्ध विचारी, फिर मैं ठंडे दिमाग नाल विचार की, एक बुद्धि हासिल की, एक मत मैं गुरु कोलों फिर लई। ते जिदन मैं वो मत लई ना उदन मैं शुक्र किया ते मन मत नूं मैं मगरों लाया। ते मैं उस मन मत नूं ये भी आख्या भी तू ते बड़ी भैड़ी है। पहली जिहड़ी जमांदरू मेरी मत सी, जिस तरह की आइडियोलॉजी मेरी शुरू तो सी, गुरु कोल आउण तो पहला जिहड़ी मेरी सोच सी, पहली करूप कुजात कुलखणी, वो बड़ी बद शक्ल सी, कलैणी सी ते भैड़े असले वाली सी। पहली करूप कुजात कुलखणी सौरे पेईए बुरी। जे मैं उहदे आसरे रहिंदा ते मेरा लोक ते परलोक, सौरा ते पेका दोवें थावां चलियां जाणियां सन। अब की स्वरूप सुजान सुलखणी सहजे उदर तरी, जिहड़ी गुरु कोलों मिली है वो बड़ी सोहनी है, बड़ी सुजान है, बड़ी सुलखणी है, ਉਹਨੂੰ मैं हिरदे विच टिका लिया। भली सरी मूई मेरी पहली बरी, चंगा होया मन मत मेरे मगरों लै गई। जुग जुग जियो मेरी अब की तरी, ये गुरु दी मत ते जुगां जगांतरां तक मेरे अंदर जिउंदी रहे। कहो कबीर जब लौरी आई, लौरी छोटी, गुरमत नूं छोटी कह रहे हैं। वेखो ਅਸੀਂ ਕਵਾਂਗੇ ਤੇ ਬੜੀ ਵੱਡੀ ਗੁਸਤਾਖੀ ਹੈ। ਨਹੀਂ, ਜਿਹਦਾ ਪਹਿਲਾ ਜਨਮ ਹੋਵੇ ਉਹ ਵੱਡਾ ਹੁੰਦਾ, ਜਿਹਦਾ ਬਾਅਦ ਵਿੱਚ ਜਨਮ ਹੋਵੇ ਉਹ ਛੋਟਾ ਹੁੰਦਾ। ਮਨਮਤ ਤੇ ਪਹਿਲਾਂ ਹੀ ਮੇਰੇ ਵਿੱਚ ਜਨਮ ਲੈ ਚੁੱਕੀ ਸੀ, ਉਹ ਵੱਡੀ ਸੀ। ਗੁਰਮਤ ਬਾਅਦ ਵਿੱਚ ਆਈ, ਲਿਹਾਜ਼ਾ ਉਹ ਛੋਟੀ ਸੀ। ਕਹੋ ਕਬੀਰ ਜਬ ਲੌਰੀ ਆਈ ਵੱਡੀ ਦਾ ਸੁਹਾਗ ਕਰਿਓ, ਮਨਮਤ ਦਾ ਸੁਹਾਗ ਟਲ ਗਿਆ, ਉਹ ਹੋਰ ਕਿਤੇ ਚਲੀ ਗਈ। ਲੌਰੀ ਸੰਗ ਪਈ ਅਬ ਮੇਰੇ ਜੇਠੀ ਔਰ ਧਰਿਓ, ਗੁਰਮਤ ਮੇਰੇ ਕੋਲ ਆ ਗਈ ਤੇ ਮਨਮਤ ਰੂਪੀ ਜਿਹੜੀ ਵੱਡੀ ਮਤ ਸੀ, ਜੇਠੀ ਸੀ, ਜੇਠ ਤੋਂ ਜੇਠੀ, वो किते होर चली गई। तो हजूर बख्शिश कर रहे ने, कहो कबीर एक बुद्ध विचारी, एक बुद्धि दी विचार की, हुण ना वो कूटा ना पनिहारी। मेरे कोल शरीर ते है, शरीर रूपी खूह है, पर इहदे विच मोह दा जल कोई नहीं गा। मेरे कोल पनिहारी वो 5 कर्म इंद्रे ते ज्ञान इंद्रे ते हैं, पर वो
ਨਿਵਾਣ ਵਾਲੇ ਪਾਸੇ ਉਹਨਾਂ ਦੇ ਪੁਰਨੇ ਨੇਗੇ। ਉਹਦਾ ਕਾਰਨ ਇਹ ਹੈ, ਮੈਨੂੰ ਗੁਰੂ ਦੀ ਮੱਤ ਪ੍ਰਾਪਤ ਹੋ। ਤੋ ਸਾਧ ਸੰਗਤ, ਸਾਰਾ ਪ੍ਰਯੋਜਨ ਇੱਥੇ ਕੀਰਤਨ ਦਾ, ਕਥਾ ਦਾ, ਪਾਠ ਦਾ ਇੱਕੋ ਹੀ ਹੁੰਦਾ ਹੈ ਵੀ ਅਸੀਂ ਆਪਣੀ ਮੱਤ ਤਿਆਗ ਕੇ ਗੁਰੂ ਦੀ ਮੱਤ ਦੇ ਧਾਰਨੀ ਬਣ ਜਾਈਏ। ਸੋ ਸਾਧ ਸੰਗਤ, ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਆਪ ਜੀ ਨੂੰ ਪਤਾ ਹੀ ਹੈ ਵੀ ਅੱਜ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਹਿਲਾ ਪ੍ਰਕਾਸ਼ ਦਿਵਸ ਹੈ। ਸੋ ਸਾਰਾ ਦਿਨ ਹੀ ਹੁਣ ਤੋਂ ਲੈ ਕੇ ਵਿਸ਼ੇਸ਼ ਦੀਵਾਨ ਸਜਣੇ ਨੇ, ਜਿਨ੍ਹਾਂ ਵਿੱਚ ਸੱਚਖੰਡ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਹਜ਼ੂਰੀ ਜਥਿਆਂ ਨੇ ਵੀ ਕੀਰਤਨ ਕਰਨਾ ਹੈ। ਹੋਰ ਵੀ ਜਿਹੜੇ ਨਾਮਵਰ ਕੀਰਤਨੀਏ ਨੇ, ਉਹਨਾਂ ਤੋਂ ਇਲਾਵਾ ਇਸ ਅਸਥਾਨ ਦੇ ਹਜ਼ੂਰੀ ਰਾਗੀ ਵੀ ਆਪ ਜੀ ਨੂੰ ਕੀਰਤਨ ਰਾਹੀਂ ਨਿਹਾਲ ਕਰਨਗੇ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਦੇ ਸੰਦਰਭ ਵਿੱਚ ਦਾਸ 1 ਵਜੇ ਤੋਂ 2 ਵਜੇ ਤੱਕ ਗੁਰਮਤਿ ਵਿਚਾਰਾਂ ਲੈ ਕੇ ਆਪ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਵੇਗਾ। ਜਿਨ੍ਹਾਂ ਨੂੰ ਸਮਾਂ ਹੈ ਦਰਸ਼ਨ ਦੇਣ ਦੀ ਕਿਰਪਾ